ਦੀਪ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਠਾਠਾ ਮਾਰ ਦਾ ਇਕੱਠ ਹੋਇਆ ਹੈ। ਵਿਸਥਾਰ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ। ਅਰਦਾਸ ਸਮਾਗਮ ਮੌਕੇ ਕੀ ਹੋਇਆ। ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। ਮਸਲਾ ਕੀ ਹੈ ਪੂਰਾ ਦੱਸਾਂਗੇ। ਯੂਕਰੇਨ ਅਤੇ ਰੂਸ ਦੇ ਵਿੱਚ ਯੁੱਧ ਛਿੜ ਗਿਆ ਹੈ। ਕਿੰਨੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਰੂਸ ਨੇ ਕੀ ਚੇਤਾਵਨੀ ਦਿੱਤੀ ਹੈ। ਸਾਰੀਆਂ ਖਬਰਾਂ ਵਿਸਥਾਰ ਦੇ ਵਿੱਚ ਦੱਸਾਂਗੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕੱਲ ਦੀ ਲੋਕ ਰਾਏ ਦਾ ਨਤੀਜਾ। ਕੱਲ ਦੀ ਲੋਕ ਰਾਏ ਸੀ ਕਿ ਰਾਮ ਰਹੀਮ ਹਾਰਡਕੋਰ ਅਪਰਾਧੀ ਹੈ ਜਾਂ ਨਹੀਂ, ਇਹ ਅਦਾਲਤ ਨੂੰ ਹੁਣ ਦੇਖਣ ਦੀ ਲੋੜ ਪੈ ਗਈ ਹੈ, ਜਾਂਚਣ ਦੀ ਲੋੜ ਪੈ ਗਈ ਹੈ। ਇਸੇ ਕਰਕੇ ਹਾਈ ਕੋਰਟ ਹੁਣ ਫੈਸਲਾ ਕਰੇਗੀ ਕਿ ਰਾਮ ਰਹੀਮ ਹਾਰਡਕੋਰ ਅਪਰਾਧੀ ਹੈ ਜਾਂ ਫਿਰ ਨਹੀਂ, ਕਿਉਂਕਿ Z+ ਰੱਖਿਆ ਜਦੋਂ ਦਿੱਤੀ ਤਾਂ ਫਿਰ ਇੱਕ ਪਟੀਸ਼ਨਰ ਪਹੁੰਚਿਆ ਹਾਈ ਕੋਰਟ ਦੇ ਵਿੱਚ ਕਿ ਇੰਨੇ ਸੰਗੀਨ ਅਪਰਾਧਾਂ ਵਾਲੇ ਦੋਸ਼ੀ ਨੂੰ ਸੁਰੱਖਿਆ ਕਿਉਂ, ਤਾਂ ਫਿਰ ਹਾਈ ਕੋਰਟ ਜਾਂਚ ਕਰੇਗੀ। ਸੋ ਅਸੀਂ ਪੁੱਛਿਆ ਸੀ ਕਿ ਕੀ ਤੁਹਾਨੂੰ ਲੱਗਦਾ ਰਾਮ ਰਹੀਮ ਹਾਰਡਕੋਰ ਅਪਰਾਧੀ ਹੈ ਜਾਂ ਨਹੀਂ, ਤਾਂ ਸਾਡੇ 99% ਦਰਸ਼ਕਾਂ ਨੇ ਮੰਨਿਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਰਾਮ ਰਹੀਮ ਬਹੁਤ ਵੱਡਾ ਅਪਰਾਧੀ ਹੈ, ਜਦਕਿ ਸਿਰਫ 1% ਦਰਸ਼ਕ ਨੂੰ ਲੱਗਦਾ ਹੈ ਕਿ ਰਾਮ ਰਹੀਮ ਇੰਨਾ ਵੱਡਾ ਅਪਰਾਧੀ ਵੀ ਨਹੀਂ ਹੈ। ਅੱਜ ਦੀ ਲੋਕ ਰਾਏ ਹੈ ਕਿ ਦੋ ਮੁਲਕਾਂ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ। ਅੱਜ ਤੜਕੇ ਜੰਗ ਸ਼ੁਰੂ ਹੋ ਗਿਆ। ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ ਹੈ। 100 ਦੇ ਕਰੀਬ ਆਮ ਲੋਕ ਅਤੇ ਫੌਜੀ ਮਾਰੇ ਗਏ ਨੇ। ਤੁਹਾਡੇ ਮੁਤਾਬਿਕ ਕੀ ਜੰਗ ਖਤਮ ਹੋਣਾ ਚਾਹੀਦਾ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਯੁੱਧ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਜਾਨ ਤੇ ਮਾਲ ਦਾ ਨੁਕਸਾਨ ਨਾ ਹੋ ਸਕੇ, ਯੈਸ ਜਾਂ ਹਾਂ ਲਿਖਿਓ। ਜੇ ਤੁਹਾਨੂੰ ਲੱਗਦਾ ਹੈ ਕਿ ਜੰਗ ਬੜੀ ਚੰਗੀ ਚੀਜ਼ ਹੁੰਦੀ ਹੈ, ਨੋ ਜਾਂ ਨਾ ਲਿਖਿਓ। ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ। ਪੰਜਾਬ ਦੀ ਧਰਤੀ ਤੇ ਠਾਠਾ ਮਾਰਦਾ ਕੇਸਰੀ ਦਸਤਾਰਾਂ ਵਾਲਾ ਇਕੱਠ ਕਦੇ ਕਦਾਈ ਹੀ ਦੇਖਣ ਨੂੰ ਮਿਲਦਾ। ਵੀਰਵਾਰ ਨੂੰ ਇਹ ਇਕੱਠ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜੁੜਿਆ। ਅਦਾਕਾਰ, ਵਕੀਲ ਅਤੇ ਕਿਸਾਨ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਸੰਗਤੀ ਰੂਪ 'ਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵਹੀਰਾਂ ਘੱਤ ਕੇ ਪਹੁੰਚੇ। ਲੱਖਾਂ ਦੀ ਗਿਣਤੀ ਵਿੱਚ ਦੀਪ ਸਿੱਧੂ ਨੂੰ ਚਾਹੁਣ ਵਾਲੇ ਨੌਜਵਾਨ, ਬੀਬੀਆਂ, ਬੱਚੇ, ਬਜ਼ੁਰਗ ਅਤੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਦੀਵਾਨ ਟੋਡਰ ਮੱਲ ਹਾਲ ਦੇ ਵਿੱਚ ਦੀਪ ਸਿੱਧੂ ਦੇ ਅਰਦਾਸ ਸਮਾਗਮ ਦੇ ਵਿੱਚ ਹਾਜ਼ਰੀ ਲਵਾਈ। ਪੰਜਾਬ ਦੀਆਂ ਸੜਕਾਂ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ ਸੀ। ਵੱਖ-ਵੱਖ ਥਾਵਾਂ ਤੋਂ ਕੇਸਰੀ ਮਾਰਚ ਕਰਦੇ ਹੋਏ ਨੌਜਵਾਨ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਤੇ ਪਹੁੰਚੇ। ਕੇਸਰੀ ਦਸਤਾਰਾਂ ਦਾ ਇੱਥੇ ਹੜ ਆਇਆ ਹੋਇਆ ਸੀ। ਜਿਹੜੇ ਹਾਲ ਦੇ ਵਿੱਚ ਬੈਠ ਸਕੇ ਉਹਨਾਂ ਨੇ ਉੱਥੇ ਹਾਜ਼ਰੀ ਲਵਾਈ। ਬਾਕੀ ਗੁਰਦੁਆਰਾ ਸਾਹਿਬ ਪਰਿਸਰ ਦੇ ਵਿੱਚ ਜਿੱਧਰ ਵੀ ਦੇਖਦੇ ਸੀ ਸੰਗਤ ਦਾ ਠਾਠਾ ਮਾਰ ਦਾ ਇਕੱਠ ਹੀ ਦਿਖਾਈ ਦੇ ਰਿਹਾ ਸੀ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਢਾਡੀ ਜਥਿਆਂ ਨੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਲਵਾਈ। ਗੁਰਬਾਣੀ ਕੀਰਤਨ ਦਾ ਗਾਇਨ ਕੀਤਾ ਅਤੇ ਵਾਰਾਂ ਨੇ ਜਿਹੜੀਆਂ ਵੀਰ ਰਸੀ ਵਾਰਾਂ ਦਾ ਗਾਇਨ ਕੀਤਾ। ਆਪ ਤੂੰ ਭਾਵੇਂ ਸੋ ਗਿਆ ਏ ਪਰ ਸੋਚ ਤੇਰੀ ਨੇ ਸੋਣਾ ਨਹੀਂ। ਕਾਟਾ ਤੇਰਾ ਦੀਪ ਸਿਆ ਕਦੇ ਵੀ ਪੂਰਾ ਹੋਣਾ ਨਹੀਂ। ਕਾਟਾ ਤੇਰਾ ਦੀਪ ਸਿਆ ਕਦੇ ਵੀ ਪੂਰਾ ਹੋਣਾ ਨਹੀਂ। ਕਦੇ ਵੀ ਪੂਰਾ ਹੋਣਾ ਨਹੀਂ। ਦੀਪ ਸਿੱਧੂ ਦੀ ਯਾਦ ਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਲਈ ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। SGPC ਅਤੇ ਖਾਲਸਾ ਏਡ ਨੇ ਅਰਦਾਸ ਸਮਾਗਮਾਂ ਦੇ ਵਿੱਚ ਹਿੱਸਾ ਲਿਆ ਅਤੇ ਸੇਵਾਵਾਂ ਦਿੱਤੀਆਂ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਹੜੇ ਕਿ ਸਿੱਖ ਹਿਸਟੋਰੀਅਨ ਨੇ, ਉਹਨਾਂ ਨੇ ਸਟੇਜ ਸਾਂਭੀ। ਗੁਰਬਾਣੀ ਦੇ ਕੀਰਤਨ ਗਾਇਨ ਦੇ ਨਾਲ ਅਰਦਾਸ ਸਮਾਗਮਾਂ ਦੀ ਸ਼ੁਰੂਆਤ ਹੋਈ। ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ, ਮੇਰਾ ਦਰਸ਼ਨ ਦੇਖਣੇ ਕਾ ਚਾਓ, ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋਰੇ ਮੀਤ ਦੀਆਂ ਧੁਨਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਸੀ। ਸੰਗਤ ਦੇ ਠਾਠਾ ਮਾਰਦੇ ਇਕੱਠ ਦੇ ਵਿੱਚ ਲੋਕਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸੀ। ਕਈ ਬੈਨਰਾਂ ਤੇ ਲਿਖਿਆ ਸੀ ਹਮ ਰਾਖਤ ਪਾਤਸ਼ਾਹੀ ਦਾਵਾ। ਦੀਪ ਸਿੱਧੂ ਦੀਆਂ ਤਸਵੀਰਾਂ ਹੱਥਾਂ 'ਚ ਫੜੀਆਂ ਹੋਈਆਂ ਸੀ। ਕੇਸਰੀ ਨਿਸ਼ਾਨ ਸਾਹਿਬ ਫੜੇ ਹੋਏ ਸੀ। ਇੱਕ ਵੱਡਾ ਕੇਸਰੀ ਨਿਸ਼ਾਨ ਦੀਵਾਨ ਹਾਲ ਦੇ ਅੰਦਰ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਲੋਕਾਂ ਨੇ ਫੜੀਆਂ ਹੋਈਆਂ ਸੀ। ਦੁਪਹਿਰੇ 2 ਵਜੇ ਦੇ ਕਰੀਬ ਅੰਤਿਮ ਅਰਦਾਸ ਹੋਈ। ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਅੰਤਿਮ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਪਾਵਨ ਹੁਕਮਨਾਮਾ ਲਿਆ ਗਿਆ। ਹੁਕਮਨਾਮਾ ਆਇਆ ਸੀ ਜਾਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੂਰਾ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਇੱਕ ਇਮਾਨਦਾਰ ਅਤੇ ਸਾਫ਼ ਸੁਥਰੇ ਅਕਸ ਦਾ ਮਾਲਕ ਸੀ। ਦੀਪ ਸਿੱਧੂ ਦੇ ਵਿਛੋੜੇ ਨਾਲ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ
ਪਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਦੀਪ ਸਿੱਧੂ ਦੀ ਸੋਚ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਾਰੇ ਲੋਕਾਂ ਤੱਕ ਲੈ ਕੇ ਜਾਣਗੇ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੀਪ ਸਿੱਧੂ ਦੀ ਸੋਚ ਹੈ ਜਿਹੜੀ ਉਸ ਨੂੰ ਅਪਣਾਉਣ ਦੀ ਲੋੜ ਹੈ। ਮੈਨੂੰ ਕਹਿੰਦਾ ਡਾਕਟਰ ਸਾਹਿਬ ਕਹਿੰਦਾ ਸੱਚ ਜਾਣਿਓ ਕਿ ਮੈਨੂੰ ਇਸ ਕੇਸ ਜਾਂ ਬੰਦੀ ਸਿੰਘਾਂ ਦੀ ਗਿਣਤੀ ਦੇ ਬਾਰੇ ਪੂਰਾ ਗਿਆਨ ਨਹੀਂ ਸੀ, ਕਿਉਂਕਿ ਮੈਂ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਅਜੇ ਨਵਾਂ ਆਇਆ। ਪਰ ਕਹਿੰਦਾ ਜਦੋਂ ਮੈਂ ਗਵਰਨਰ ਦੇ ਸਾਹਮਣੇ ਗਿਆ ਨਾ ਤੇ ਮੈਨੂੰ ਇੰਜ ਲੱਗਾ ਕਿ ਬਹੁਤ ਗੱਲਾਂ ਦਾ ਨਹੀਂ ਮੈਨੂੰ ਪਤਾ ਤੇ ਬਹੁਤ ਐਸੀਆਂ ਜੁਡੀਸ਼ੀਅਲ ਗਰਾਊਂਡਸ ਨੇ ਜਿਹੜੀਆਂ ਕਹਿ ਸਕਦੇ ਹੋ ਕਿ ਬਹੁਤ ਸਾਰੀਆਂ ਐਸੀਆਂ ਨਿਆਂ ਪ੍ਰਣਾਲੀ ਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਬਾਰੇ ਉਹ ਨਹੀਂ ਸੀ ਜਾਣਦਾ। ਕਹਿੰਦਾ ਮੈਂ ਉਸ ਨੂੰ ਟੇਬਲ ਟਾਕ ਦੇ ਵਿੱਚ ਇੰਨਾ ਘੇਰਿਆ ਨਾ ਕਿ ਉਹਨੂੰ ਕੋਈ ਗੱਲ ਨਾ ਆਈ ਤੇ ਕਹਿੰਦਾ ਬਾਅਦ ਦੇ ਵਿੱਚ ਮੈਂ ਆ ਕੇ ਖੁਸ਼ ਵੀ ਹੋਇਆ ਕਿ ਗੁਰੂ ਪਾਤਸ਼ਾਹ ਇਹ ਵੀ ਤਾਂ ਕਿਸੇ ਕਲਾ ਦਾ ਵਰਤਾਵਾ ਹੀ ਹੈ ਨਾ ਕਿ ਇਸ ਬਾਰੇ ਮੈਂ ਜਾਣਦਾ ਵੀ ਨਹੀਂ ਸੀ ਤੇ ਇੰਨੀ ਵਧੀਆ ਗੱਲ ਕਰਕੇ ਆਇਆ। ਸੰਦੀਪ ਦੀ ਇੱਕ ਵਿਲੱਖਣਤਾ ਇਹ ਰਹੀ ਹੈ ਕਿ ਉਹ ਸੰਘਰਸ਼ ਦੇ ਵਿੱਚ ਗਿਆ ਪਰ ਸੰਘਰਸ਼ ਦੇ ਜਥੇਬੰਦਕ ਵਿਰੋਧ ਦੇ ਬਾਵਜੂਦ ਵੀ ਸਿੱਖ ਨੌਜਵਾਨੀ ਦੇ ਵਿੱਚ ਲੀਡਰ ਦੇ ਰੂਪ ਚ ਪੈਦਾ ਹੋਇਆ। ਇੱਕ ਬੜੀ ਵਿਲੱਖਣਤਾ ਸੀ ਜਿਸ ਨੂੰ ਸ਼ਾਇਰ ਮਸ਼ਰਕ ਮੁਹੰਮਦ ਇਕਬਾਲ ਲਿਖਦੇ ਨਾ, तुंदी बादी से मत घबरा ए उकाब जे तो चलती है तुझे ऊंचा उड़ाने के लिए। सो दीप ਤਾਂ ਇਵੇਂ ਦਾ ਸ਼ਹਬਾਜ਼ ਸੀ ਜਿਹੜਾ ਹਮੇਸ਼ਾ ਆਪਣੇ ਰੁਖ ਤੋਂ ਉਲਟ ਵੱਲ ਦੀਆਂ ਜਿਹੜੀਆਂ ਹਵਾਵਾਂ ਨੇ ਨਾ ਉਹਨਾਂ ਦੇ ਵਿੱਚ ਉੱਡਣ ਦਾ ਆਦੀ ਸੀ ਜਾਂ ਉਹ ਉਹਨਾਂ 'ਚ ਉੱਡਣ ਦੀ ਮਹਾਰਤ ਰੱਖਦਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਗਿਆਨੀ ਹਰਪਾਲ ਸਿੰਘ ਸਮੇਤ ਸਮੂਹ ਪੰਥਕ ਸ਼ਖਸੀਅਤਾਂ ਨੇ ਦੀਪ ਸਿੱਧੂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ। ਦੀਪ ਸਿੱਧੂ ਦੀ ਧਰਮ ਪਤਨੀ, ਧੀ ਅਤੇ ਦਾਦੀ ਸਮੇਤ ਪੂਰੇ ਪਰਿਵਾਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਥੋੜੇ ਥੱਲੇ ਹੋ ਜਾਓ। ਇਤਿਹਾਸਕਾਰ ਅਜਮੇਰ ਸਿੰਘ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਦੀ ਸੋਚ ਤੇ ਵਿਚਾਰਧਾਰਾ ਕਦੇ ਖਤਮ ਨਹੀਂ ਹੋਵੇਗੀ। ਦੀਪ ਸਿੱਧੂ ਨੇ ਜੋ ਕਿਸਾਨੀ ਅੰਦੋਲਨ ਦੇ ਲਈ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਇੱਕ ਬੜੀ ਅਹਿਮ ਨੁਕਤੇ ਤੇ ਵੀ ਗੱਲ ਕੀਤੀ ਕਿ ਦੀਪ ਸਿੱਧੂ ਦੀ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਤੁਲਨਾ ਕਰਨੀ ਬਿਲਕੁਲ ਵਾਜਿਬ ਨਹੀਂ ਹੈ। ਦੀਪ ਸਿੱਧੂ ਸਿਰਫ ਉਹਨਾਂ ਦੀ ਸੋਚ ਤੇ ਚੱਲਦਾ ਸੀ, ਉਹਨਾਂ ਵਰਗਾ ਉਸਨੇ ਕਦੇ ਵੀ ਆਪਣੇ ਆਪ ਨੂੰ ਨਹੀਂ ਮੰਨਿਆ ਸੀ। ਇੱਕ ਦਹਾਕਾ ਖਾੜਕੂ ਲਹਿਰ ਚੱਲੀ, ਉਸ ਤੋਂ ਬਾਅਦ ਇੱਕ ਖੜੋਤ ਆ ਗਈ। ਜਦੋਂ ਖੜੋਤ ਆਉਂਦੀ ਆ ਉਹਦੇ ਨਾਲ ਨਿਘਾਰ ਵੀ ਆਉਂਦਾ ਹੈ। ਕਿਰਦਾਰ ਡਿੱਗਦੇ ਨੇ, ਇਖਲਾਕ ਡਿੱਗਦੇ ਨੇ, ਈਮਾਨ ਡਿੱਗਦੇ ਨੇ। ਉਸ ਤੋਂ ਬਾਅਦ ਸਿਆਸਤ ਦੇ ਵਿੱਚ ਜਿਸ ਕਿਸਮ ਦੀਆਂ ਗੱਲਾਂ ਹੋਈਆਂ ਉਹ ਬੜੀਆਂ ਸ਼ਰਮਸ਼ਾਰ ਕਰਨ ਵਾਲੀਆਂ ਸੀ ਕੌਮ ਨੂੰ। ਬਹੁਤ ਲੋਕ ਲੱਗੇ ਪਏ ਸੀ ਸਾਡੇ ਵਰਗੇ, ਕੋਈ ਕਿਤਾਬਾਂ ਰਾਹੀਂ, ਕੋਈ ਸਪੀਚਾਂ ਰਾਹੀਂ, ਕੋਈ ਅਮਲੀ ਕਾਰਨਾਮਿਆਂ ਰਾਹੀਂ ਕਿ ਇਹ ਖੜੋਤ ਟੁੱਟ ਸਕੇ। ਹਰ ਇੱਕ ਨੇ ਪੂਰੀ ਤਨਦੇਹੀ ਨਾਲ, ਇਮਾਨਦਾਰੀ ਨਾਲ ਪੂਰਾ ਢਿੱਲ ਲਾਇਆ, ਪਰ ਉਹ ਖੜੋਤ ਟੁੱਟ ਨਹੀਂ ਸੀ ਰਹੀ। ਦੀਪ ਸਿੱਧੂ ਦੀ ਵੱਡੀ ਗੱਲ ਇਹ ਹੈ ਕਿ ਸੰਤਾਂ ਨੇ ਇਤਿਹਾਸ ਦਾ ਮਹਾਨ ਬਦਲਿਆ ਸੀ ਤੇ ਦੀਪ ਸਿੱਧੂ ਨੇ ਉਸ ਬਹਿਣ ਦੇ ਵਿੱਚ ਆ ਚੁੱਕੀ ਖੜੋਤ ਤੋੜ ਕੇ ਉਹ ਫੇਰ ਬਹਿਣ ਨੂੰ ਵਗਣਾ ਲਾਇਆ। ਇਹ ਸੀ ਦੀਪ ਸਿੱਧੂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਕਿਹਾ ਕਿ ਦੀਪ ਸਿੱਧੂ ਦੇ ਸੰਸਾਰ ਤੋਂ ਚਲੇ ਜਾਣ ਨਾਲ ਸਿੱਖ ਕੌਮ ਨੂੰ ਨਹੀਂ ਬਲਕਿ ਸਮੁੱਚੇ ਭਾਰਤ ਨੂੰ ਘਾਟਾ ਪਿਆ ਹੈ। ਦੀਪ ਸਿੱਧੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਚੱਲਦਾ ਸੀ। ਦੀਪ ਸਿੱਧੂ ਵਰਗਾ ਨੌਜਵਾਨ ਆਗੂ ਕਦੇ-ਕਦੇ ਹੀ ਕੌਮ ਨੂੰ ਮਿਲਦਾ ਹੈ। ਪੰਜਾਬ ਦੇ ਲੋਕ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਜਾਣਗੇ ਤੇ ਜਦੋਂ ਵੀ ਕਿਸਾਨੀ ਅੰਦੋਲਨ ਦੀ ਗੱਲ ਹੋਏਗੀ ਉਦੋਂ ਦੀਪ ਸਿੱਧੂ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਏਗਾ। ਇਸ ਮੌਕੇ ਮਾਨ ਨੇ ਸਿੱਖਾਂ ਦੀ ਵੱਖਰੀ ਸਟੇਟ ਦੀ ਗੱਲ ਵੀ ਕੀਤੀ ਅਤੇ ਉਹ ਗੱਲਾਂ ਵੀ ਕੀਤੀਆਂ ਕਿ ਸਿੱਖ ਕਿਉਂ ਫੇਲ ਹੋਏ ਨੇ ਆਪਣਾ ਵੱਖਰਾ ਮੁਲਕ ਲੈਣ ਦੇ ਵਿੱਚ। ਜਿਹੜੀਆਂ ਗੱਲਾਂ ਅੰਗਰੇਜ਼ਾਂ ਦੇ ਰਾਜ ਨੂੰ ਛੱਡਣ ਦੀਆਂ ਹੋਈਆਂ ਤੇ ਉਸ ਤੋਂ ਬਾਅਦ ਕੀ ਹੋਣਾ, ਹਿੰਦੂ ਦੇ ਵਕੀਲਾਂ ਨੇ ਤੇ ਮੁਸਲਮਾਨਾਂ ਦੇ ਵਕੀਲਾਂ ਨੇ ਟੇਬਲ ਦੇ ਉੱਤੇ ਬੈਠ ਕੇ ਬਹਿਸ ਕਰਕੇ ਆਪਣੀ ਕੌਮਾਂ ਦੇ ਹੱਕ ਲੈ ਲਏ। ਹਿੰਦੂ ਨੂੰ ਇੰਡੀਆ ਮਿਲ ਗਿਆ, ਮੁਸਲਮਾਨ ਨੂੰ ਪਾਕਿਸਤਾਨ ਮਿਲ ਗਿਆ। ਪਰ ਜੇ ਉਸ ਦਿਨ ਸਾਡੇ ਕੋਲੇ
ਸਰਦਾਰ ਦੀਪ ਸਿੰਘ ਵਰਗਾ ਵਲੈਤ ਦਾ ਪੜ੍ਹਿਆ ਹੋਇਆ ਵਕੀਲ ਉੱਥੇ ਮੇਜ਼ ਤੇ ਬੈਠਾ ਹੁੰਦਾ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ। ਤੀਜਾ ਮੁਲਕ ਸਾਡਾ ਹੋਣਾ ਸੀ। ਸਿਮਰਨਜੀਤ ਸਿੰਘ ਮਾਨ ਨੇ ਇਸ ਮੌਕੇ ਦੀਪ ਸਿੱਧੂ ਦੇ ਪਰਿਵਾਰ ਅਤੇ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਦੀਪ ਸਿੱਧੂ ਨੇ ਬਣਾਈ ਜਥੇਬੰਦੀ ਸੀ ਉਸ ਨੂੰ ਸਾਂਭਣ ਦਾ ਐਲਾਨ ਵੀ ਕੀਤਾ। ਬਹੁਤ ਅਫਸੋਸ ਹੈ ਪਰ ਜੋ ਚੀਜ਼ ਸਰਦਾਰ ਦੀਪ ਸਿੰਘ ਛੱਡ ਕੇ ਗਿਆ ਉਹਦੇ ਪਰਿਵਾਰ ਨੂੰ ਕੌਮ ਸਾਂਭੂਗੀ, ਉਹਦੇ ਦੋਸਤਾਂ ਮਿੱਤਰਾਂ ਨੂੰ ਸਾਂਭੂਗੀ। ਜਿਹੜਾ ਉਹਨਾਂ ਦਾ ਮੋਰਚਾ ਵਾਰਿਸ ਪੰਜਾਬ ਦਾ ਉਸ ਨੂੰ ਸਾਂਭੂਗੀ। ਸਾਡੇ ਮਸਲੇ ਖਤਮ ਨਹੀਂ ਹੋਏ। ਸਿਮਰਨਜੀਤ ਸਿੰਘ ਮਾਨ ਨੇ ਇਸ ਮੌਕੇ 6 ਮਾਰਚ ਨੂੰ ਬਰਗਾੜੀ ਵਿਖੇ ਇਕੱਠ ਵੀ ਸੱਦਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, ਇਸ ਕਰਕੇ ਨਵੀਂ ਜਿਹੜੀ ਸਰਕਾਰ ਆਏਗੀ 10 ਮਾਰਚ ਨੂੰ ਨਤੀਜੇ ਆਉਣਗੇ। ਉਸ ਤੋਂ ਪਹਿਲਾਂ ਹੀ ਨਵੀਂ ਸਰਕਾਰ ਨੂੰ ਪਹਿਲਾਂ ਹੀ ਕਹਿੰਦੇ ਅਸੀਂ ਚੇਤਾਵਨੀ ਦੇਵਾਂਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਅਸੀਂ ਹਰ ਹਾਲ ਦੇ ਵਿੱਚ ਲੈ ਕੇ ਰਹਾਂਗੇ। ਉਹਨਾਂ ਨੇ ਲੋਕਾਂ ਨੂੰ 6 ਮਾਰਚ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਹੈ। 260 ਦਿਨ ਹੋ ਗਏ ਹੈ ਸਾਡੀ ਪਾਰਟੀ ਦਾ ਮੋਰਚਾ ਚੱਲਦਾ ਤੇ ਮੈਂ ਕੌਮ ਨੂੰ ਬੇਨਤੀ ਕਰਦਾ ਕਿ 6 ਤਰੀਕ ਨੂੰ ਆ ਜਿਹੜੀ ਹੁਣ ਆ ਰਹੀ ਹੈ ਅਗਲੇ ਮਹੀਨੇ 6 ਮਾਰਚ ਉਸ ਦਿਨ ਅਸੀਂ ਭਾਈ ਦੀਪ ਸਿੰਘ ਸਿੱਧੂ ਨੂੰ ਯਾਦ ਕਰਾਂਗੇ। ਸੋ 11 ਵਜੇ ਆਪ ਜੀ ਨੇ ਬਰਗਾੜੀ ਗੁਰਦੁਆਰਾ ਸਾਹਿਬ 10ਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦੇਣੇ ਹੈ ਤੇ ਸਰਕਾਰ ਨੂੰ ਦੱਸਣਾ ਜਿੱਤੀਏ ਹਾਰੀਏ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਕੇ ਛੱਡਣਾ। ਤਿਹਾੜ ਜੇਲ੍ਹ ਦੇ ਵਿੱਚ ਬੰਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਵੀ ਇੱਕ ਸੰਦੇਸ਼ ਹੈ ਜਿਹੜਾ ਉਹ ਪੜ੍ਹ ਕੇ ਸੁਣਾਇਆ ਗਿਆ। ਭਾਈ ਬਲਜੀਤ ਸਿੰਘ ਖਾਲਸਾ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਇਹ ਜਿਹੜਾ ਸੰਦੇਸ਼ ਹੈ ਉਹ ਲੋਕਾਂ ਦੇ ਵਿੱਚ ਪੜ੍ਹ ਕੇ ਸੁਣਾਇਆ। ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਜਥੇਬੰਦੀਆਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਪ੍ਰਬੰਧਾਂ ਦੇ ਲਈ ਅਤੇ ਨਾਲ ਹੀ ਪਹੁੰਚੇ ਹੋਏ ਸੰਤਾਂ ਮਹਾਂਪੁਰਸ਼ਾਂ ਤੋਂ ਮਾਫੀ ਵੀ ਮੰਗੀ ਕਿ ਜੇ ਕਿਸੇ ਦੇ ਸਤਿਕਾਰ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ। ਨਾਲ ਹੀ ਅਪੀਲ ਵੀ ਕੀਤੀ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਵੇਂ ਸਾਰਾ ਜਿਹੜਾ ਅਰਦਾਸ ਸਮਾਗਮ ਨੇਪਰੇ ਚੜਿਆ ਹੈ ਉਵੇਂ ਹੀ ਅਰਦਾਸ ਵੀ ਸ਼ਾਂਤੀਪੂਰਵਕ ਹੀ ਕਰਨੀ ਹੈ। ਸਾਰੀ ਸਮੂਹ ਸਾਧ ਸੰਗਤ ਦਾ, ਆਪਣੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ, ਨਾਲ ਸਾਰੀ ਟੀਮ ਦਾ ਜੋ ਉਹਨਾਂ ਨੇ ਸਾਥ ਦੇ ਕੇ ਇੱਥੇ ਸਾਰਾ ਇਹ ਆਪਣਾ ਅੰਤਿਮ ਅਰਦਾਸ ਵਾਲਾ ਕਾਰਜ ਸੰਪੂਰਨ ਕਰਨ 'ਚ ਮਦਦ ਕੀਤੀ। ਮੈਂ ਧੰਨਵਾਦ ਕਰਦਾ ਮਹਾਂਪੁਰਸ਼ਾਂ ਦਾ ਤੇ ਉਹਨਾਂ ਤੋਂ ਮਾਫੀ ਵੀ ਮੰਗਦਾ ਜੇ ਸਾਡੇ ਤੋਂ ਕੋਈ ਉਹਨਾਂ ਦੀ ਇੱਜ਼ਤ ਵਿੱਚ ਕੋਈ ਸਾਡੇ ਤੋਂ ਗੁਸਤਾਖੀ ਹੋ ਗਈ ਹੋਵੇ। ਤੇ ਹੁਣ ਮੈਂ ਸਾਰੀ ਸਾਧ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਕਿ ਜਿਸ ਮਰਿਆਦਾ ਨਾਲ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਉਸ ਮਰਿਆਦਾ ਨਾਲ ਹੀ ਆਪਾਂ ਆਖਰੀ ਰਸਮ ਅਰਦਾਸ ਦੀ ਉਹ ਸੰਪੂਰਨ ਕਰੀਏ। ਇਸ ਮੌਕੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਵੀ ਪਹੁੰਚੇ ਹੋਏ ਸੀ ਜਿਨ੍ਹਾਂ ਦਾ ਦੀਪ ਸਿੱਧੂ ਦੇ ਨਾਲ ਕਾਫੀ ਪਿਆਰ ਸੀ। ਬਾਬਾ ਜੀ ਨੇ ਕਿਹਾ ਕਿ ਮਰਦਾ ਉਹ ਹੈ ਜਿਹਦੀ ਯਾਦ ਮਰ ਜਾਂਦੀ ਹੈ, ਦੀਪ ਮਰਿਆ ਨਹੀਂ, ਸਾਡੇ ਵਿੱਚ ਜਿਉਂਦਾ ਹੈ, ਹਰ ਨੌਜਵਾਨ ਦੇ ਦਿਲ ਦੀ ਧੜਕਣ ਬਣ ਚੁੱਕਿਆ ਹੈ। ਬਾਬਾ ਜੀ ਨੇ ਇਸ ਮੌਕੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੋ ਲਿਖੋ, ਕੌਮ ਬਾਰੇ ਸੋਚੋ, ਬਾਣੀ ਨੂੰ ਅਪਣਾਓ। ਕਹਿੰਦੇ ਉਹਨਾਂ ਨੇ ਇੱਕ ਗੱਲ ਵੀ ਦੱਸੀ ਕਿ ਦੀਪ ਸਿੱਧੂ ਨੇ ਮੇਰੇ ਨਾਲ ਵਾਅਦਾ ਵੀ ਕੀਤਾ ਸੀ ਕਿ ਹਾਲੇ ਤੱਕ ਭਾਵੇਂ ਮੈਂ ਸਿੱਖੀ ਸਰੂਪ ਵਾਲਾ ਖਾਲਸਾ ਨਹੀਂ ਬਣਿਆ ਪਰ ਮੈਂ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਅਗਲੇ ਸਾਲ ਤੁਹਾਨੂੰ ਜਦੋਂ ਮਿਲਾਂਗਾ ਤਾਂ ਸਿੱਖੀ ਸਰੂਪ ਦੇ ਵਿੱਚ ਮਿਲਾਂਗਾ। ਇਸ ਮੌਕੇ ਐਸਜੀਪੀਸੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਵੀ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਿਸਾਨੀ ਸੰਘਰਸ਼ ਦੌਰਾਨ ਚਰਚਾ ਦੇ ਵਿੱਚ ਆਏ ਦੀਪ ਸਿੱਧੂ ਦੀ ਪਿਛਲੇ ਦਿਨੀ ਭਿਆਨਕ ਸੜਕ ਹਾਦਸੇ ਦੇ ਵਿੱਚ ਦਿੱਲੀ ਤੋਂ ਪੰਜਾਬ ਆਉਂਦੇ ਵਕਤ KMPL ਹਾਈਵੇ ਦੇ ਉੱਤੇ ਮੌਤ ਹੋ ਗਈ ਸੀ।
ਉਸ ਦੀ ਮੌਤ ਦੀ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ ਅਤੇ ਜਦੋਂ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ ਸੀ ਉਦੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ ਅਤੇ ਅੰਤਿਮ ਅਰਦਾਸ ਮੌਕੇ ਉਸ ਤੋਂ ਵੀ ਕਿਤੇ ਵੱਧ ਇਕੱਠ ਹੋਇਆ ਹੈ। ਦੀਪ ਸਿੱਧੂ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚੇ ਇਕੱਠ ਤੇ ਬੀਜੇਪੀ ਲੀਡਰਾਂ ਨੇ ਟਿੱਪਣੀਆਂ ਕੀਤੀਆਂ ਨੇ। ਵਿਨੀਤ ਜੋਸ਼ੀ ਦਾ ਬਿਆਨ ਆਇਆ, ਕਹਿੰਦੇ ਦੀਪ ਸਿੱਧੂ ਵੱਲ ਲੋਕਾਂ ਦਾ ਰੁਝਾਨ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਪਰ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਅੰਦਰ ਖਾਲਿਸਤਾਨ ਪੱਖੀ ਨਾਰੇ ਲੱਗ ਰਹੇ ਨੇ। ਨਵਾਂ ਦੇਸ਼ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੈਂ ਦੀਪ ਸਿੱਧੂ ਦੀ ਸੋਚ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਉਹ ਸੋਚ ਦੇਸ਼ ਨੂੰ ਵੰਡਣ ਦੀ ਗੱਲ ਕਰਦੀ ਸੀ ਤੇ ਖਾਲਿਸਤਾਨ ਦੇ ਨਾਰੇ ਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਹੁਣ ਬੀਜੇਪੀ ਦੇ ਬਣ ਚੁੱਕੇ ਮਨਜਿੰਦਰ ਸਿੰਘ ਸਿਰਸਾ ਵੀ ਦੀਪ ਸਿੱਧੂ ਦੇ ਘਰ ਪਹੁੰਚੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਹ ਭੋਗ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਦੀਪ ਸਿੱਧੂ ਨੂੰ ਨਿੱਜੀ ਤੌਰ ਤੇ ਕਈ ਵਾਰੀ ਮਿਲਿਆ ਹਾਂ ਤੇ ਜਿਉਂਦੇ ਜੀ ਦੀਪ ਸਿੱਧੂ ਦੀ ਸੋਚ ਨੂੰ ਸਮਝਿਆ ਨਹੀਂ ਜਾ ਸਕਿਆ। ਅਫਸੋਸ ਹੈ ਕਿ ਸਾਰੇ ਲੋਕ ਉਸ ਦੀ ਸੋਚ ਨੂੰ ਨਹੀਂ ਸਮਝ ਸਕੇ ਤੇ ਪਰ ਇਹਦੇ ਵਿੱਚ ਵੀ ਬੜੀ ਵਧੀਆ ਗੱਲ ਹੈ ਕਿ ਮੌਤ ਤੋਂ ਬਾਅਦ ਲੋਕਾਂ ਨੇ ਜ਼ਰੂਰ ਉਹਦੀ ਸੋਚ ਨੂੰ ਸਮਝ ਤਾਂ ਲਿਆ ਹੈ, ਉਹਦੀ ਸੋਚ ਤੇ ਚੱਲ ਤਾਂ ਰਹੇ ਨੇ। ਅਗਲੀ ਵੱਡੀ ਖਬਰ ਪੰਜਾਬ ਦੇ ਡਰੱਗ ਤਸਕਰੀ ਮਾਮਲੇ ਦੇ ਨਾਲ ਜੁੜੀ ਹੋਈ ਹੈ। ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਮੋਹਾਲੀ ਦੀ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਕੇਸ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਫਸੇ ਹੋਏ ਨੇ। ਮਜੀਠੀਆ ਨੂੰ 8 ਮਾਰਚ ਤੱਕ ਜੇਲ੍ਹ ਭੇਜਿਆ ਗਿਆ, ਯਾਨੀ ਕਿ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ। ਵੀਰਵਾਰ ਸਵੇਰੇ ਹੀ ਮਜੀਠੀਆ ਨੇ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। 31 ਜਨਵਰੀ ਨੂੰ ਸੁਪਰੀਮ ਕੋਰਟ ਨੇ ਅਕਾਲੀ ਲੀਡਰ ਨੂੰ ਵੱਡੀ ਰਾਹਤ ਦਿੰਦਿਆਂ 23 ਫਰਵਰੀ ਤੱਕ ਗ੍ਰਿਫਤਾਰੀ ਤੇ ਰੋਕ ਲਾਈ ਸੀ। ਦੇਸ਼ ਦੀ ਸਿਖਰਲੀ ਅਦਾਲਤ ਦੇ ਇਸ ਫੈਸਲੇ ਕਾਰਨ ਮਜੀਠੀਆ ਬੇਖੌਫ ਹੋ ਕੇ ਅੰਮ੍ਰਿਤਸਰ ਪੂਰਬੀ ਦੀ ਚੋਣ ਲੜ ਸਕੇ ਨੇ। ਸਰਵਉੱਚ ਅਦਾਲਤ ਨੇ ਮਜੀਠੀਆ ਨੂੰ ਇਹ ਹੁਕਮ ਵੀ ਦਿੱਤੇ ਸੀ ਕਿ ਉਹ ਹੇਠਲੀ ਅਦਾਲਤ ਵਿੱਚ ਜੱਜ ਦੇ ਮੂਹਰੇ ਪੇਸ਼ ਹੋ ਕੇ ਪੱਕੀ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕਰੇ, ਜਿਸ ਤੋਂ ਬਾਅਦ ਮਜੀਠੀਆ ਜ਼ਮਾਨਤ ਲਈ ਅਰਜ਼ੀ ਦਾਇਰ ਕਰਨ ਦੇ ਵਾਸਤੇ ਅਦਾਲਤ ਵਿੱਚ ਪੇਸ਼ ਹੋਇਆ। ਜਦੋਂ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਮਜੀਠੀਆ ਤੋਂ ਪੁੱਛ ਪੜਤਾਲ ਦੇ ਲਈ ਪੁਲਿਸ ਨੂੰ ਇਜਾਜ਼ਤ ਦੇ ਦਿੱਤੀ। AIG ਬਲਰਾਜ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਦੀ ਸਿੱਟ ਨੇ ਅਦਾਲਤ ਦੇ ਵਿੱਚ ਹੀ ਉਸ ਤੋਂ ਕਰੀਬ 1.5 ਘੰਟੇ ਤੱਕ ਪੁੱਛਗਿੱਛ ਕੀਤੀ। ਪੁਲਿਸ ਨੇ ਹਿਰਾਸਤ ਦੀ ਮੰਗ ਕੀਤੀ, ਯਾਨੀ ਕਿ ਪੁਲਿਸ ਕਸਟਡੀ ਦੀ, ਪੁਲਿਸ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ ਮਜੀਠੀਆ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਹੈ। ਮਜੀਠੀਆ ਦੀ ਰੈਗੂਲਰ ਜ਼ਮਾਨਤ ਦੀ ਸੁਣਵਾਈ ਵੀ ਹੋਈ, ਜਿਸ ਨੂੰ 25 ਫਰਵਰੀ ਤੱਕ ਟਾਲ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਮਜੀਠੀਆ ਨੇ ਹੇਠਲੀ ਅਦਾਲਤ ਦੇ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਤਾਂ ਰੱਦ ਹੋ ਗਈ। ਫਿਰ ਹਾਈ ਕੋਰਟ ਦੇ ਵਿੱਚ ਪਹੁੰਚੇ, ਉੱਥੇ ਵੀ ਰੱਦ ਹੋਈ ਤਾਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ। ਸੁਪਰੀਮ ਕੋਰਟ ਨੇ ਰਾਹਤ ਤਾਂ ਦੇ ਦਿੱਤੀ, ਪਰ ਨਾਲ ਹੀ ਇਹ ਵੀ ਕਿਹਾ ਕਿ ਜ਼ਮਾਨਤ ਹੇਠਲੀ ਅਦਾਲਤ ਤੋਂ ਹੀ ਮਿਲਣੀ ਹੈ। ਮਜੀਠੀਆ ਨੂੰ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਛੋਟ ਦਿੱਤੀ ਗਈ ਸੀ ਤੇ ਅਗਲੇ ਦਿਨ ਅਦਾਲਤ ਮੂਹਰੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਹੁਕਮਾਂ ਮੁਤਾਬਿਕ ਮਜੀਠੀਆ ਅਦਾਲਤ ਦੇ ਵਿੱਚ ਪੇਸ਼ ਹੋਏ, ਪਰ ਅਦਾਲਤ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਮੁਲਜ਼ਮ ਮਜੀਠੀਆ ਨੂੰ ਜੁਡੀਸ਼ੀਅਲ ਰਿਮਾਂਡ ਦੇ ਕੇ 8 ਮਾਰਚ ਤੱਕ ਜੇਲ੍ਹ ਦੀਆਂ ਰੋਟੀਆਂ ਖਾਣ ਲਈ ਕਹਿ ਦਿੱਤਾ। ਅਦਾਲਤ ਦੇ ਫੈਸਲੇ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ, ਸਿਆਸੀ ਰੰਜਿਸ਼ ਤਹਿਤ ਮੈਨੂੰ ਫਸਾਇਆ ਗਿਆ ਹੈ, ਰੱਬ ਤੇ ਲੋਕਾਂ ਦੀ ਕਚਹਿਰੀ ਵਿੱਚ ਮੈਨੂੰ ਇਨਸਾਫ ਮਿਲੂਗਾ। ਮੈਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਬੰਦ ਹਾਂ, ਸੱਚ ਦੀ ਜਿੱਤ ਹੋਏਗੀ, ਸਾਜ਼ਿਸ਼ਾਂ ਫੇਲ ਹੋਣਗੀਆਂ। ਚੜ੍ਹਦੀ ਕਲਾ ਜੀ, ਸੱਚ ਦੀ ਜਿੱਤ ਹੋਊਗੀ, ਸਾਜ਼ਿਸ਼ਾਂ ਫੇਲ ਹੋਣਗੀਆਂ। ਸਿਆਸੀ ਰੰਜਿਸ਼ਬਾਜ਼ੀ ਹੈ, ਜਿੱਤ ਰੱਬ ਦੀ ਕਚਹਿਰੀ ਤੇ ਲੋਕਾਂ ਦੀ ਕਚਹਿਰੀ 'ਚ ਵੱਡੀ ਜਿੱਤ ਹੋਊ। ਬਿਕਰਮ ਮਜੀਠੀਆ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ। ਇਸ ਮੌਕੇ ਅਕਾਲੀ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਕੇ ਤੇ ਪਹੁੰਚੇ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਦਾਲਤ ਜੋ ਫੈਸਲਾ ਲਏਗੀ ਸਾਨੂੰ ਮਨਜ਼ੂਰ ਹੋਵੇਗਾ ਤੇ ਇਹ ਇੱਕ ਝੂਠਾ ਕੇਸ ਹੈ ਜਿਸ ਦੇ ਵਿੱਚੋਂ ਮਜੀਠੀਆ ਸਾਫ਼ ਨਿਕਲ ਆਉਣਗੇ। ਇਸੇ ਤਰ੍ਹਾਂ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਵੀ ਕਿਹਾ ਕਿ ਸਾਨੂੰ ਕਾਨੂੰਨ ਤੇ ਭਰੋਸਾ ਹੈ। ਕਾਂਗਰਸ ਲੀਡਰ ਕੁਲਦੀਪ ਸਿੰਘ ਵੈਦ ਨੇ ਕਿਹਾ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ, ਤੈਅ ਉਸਨੇ ਕਰਨਾ ਹੈ, ਅਦਾਲਤ ਨੇ ਕਰਨਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਮਾਮਲੇ ਦੇ ਵਿੱਚ RTI ਐਕਟਿਵਿਸਟ ਬਲਵੰਤ ਸਿੰਘ ਖੇੜਾ ਦੇ ਵੱਲੋਂ ਪਾਏ ਗਏ ਕੇਸ ਦੇ ਵਿੱਚ ਜ਼ਿਲ੍ਹਾ ਸੈਸ਼ਨ ਕੋਰਟ ਦੇ ਵਿੱਚ ਪੇਸ਼ ਹੋਏ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ ਨੇ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ।
ਪਿਛਲੀਆਂ ਕਈ ਸੁਣਵਾਈਆਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਿੱਜੀ ਤੌਰ ਤੇ ਪੇਸ਼ ਨਹੀਂ ਹੋਏ ਸੀ, ਬਿਮਾਰੀ ਦਾ ਤਰਕ ਦੇ ਦਿੰਦੇ ਰਹੇ ਨੇ ਤੇ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਖੁਦ ਪੇਸ਼ ਹੋਏ ਨੇ ਤੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਸੁਣਵਾਈ ਵਕਤ ਹਾਜ਼ਰ ਰਹਿਣ ਤੋਂ ਛੂਟ ਵੀ ਦੇ ਦਿੱਤੀ ਹੈ। ਕਰਨਾਟਕਾ ਦੇ ਵਿੱਚ ਜਿੱਥੇ ਹਿਜਾਬ ਵਿਵਾਦ ਚੱਲ ਰਿਹਾ ਹੈ, ਉੱਥੇ ਹੀ ਇੱਕ ਅੰਮ੍ਰਿਤਧਾਰੀ ਤੇ ਦਸਤਾਰਧਾਰੀ ਸਿੱਖ ਲੜਕੀ ਨੂੰ ਵੀ ਇੱਕ ਕਾਲਜ ਪ੍ਰਬੰਧਕਾਂ ਨੇ ਦਸਤਾਰ ਉਤਾਰ ਕੇ ਕਾਲਜ ਵਿੱਚ ਆਉਣ ਦੇ ਲਈ ਕਿਹਾ। ਕਰਨਾਟਕਾ ਹਾਈ ਕੋਰਟ ਨੇ ਹਿਜਾਬ ਨਾਲ ਸੰਬੰਧਿਤ ਸਾਰੀਆਂ ਪਟੀਸ਼ਨਾਂ ਤੇ ਅੰਤਰਿਮ ਆਦੇਸ਼ ਵਿੱਚ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਭਗਵੇਂ ਸ਼ਾਲ, ਸਕਾਰਫ, ਹਿਜਾਬ ਅਤੇ ਕਿਸੇ ਵੀ ਧਾਰਮਿਕ ਝੰਡੇ ਨੂੰ ਪਹਿਨਣ ਤੋਂ ਰੋਕ ਦਿੱਤਾ। ਕਾਲਜ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ 16 ਫਰਵਰੀ ਨੂੰ ਵਿਦਿਅਕ ਸੰਸਥਾਵਾਂ ਦੇ ਮੁੜ ਖੁੱਲਣ ਤੇ ਵਿਦਿਆਰਥੀਆਂ ਨੂੰ ਅਦਾਲਤ ਦੇ ਹੁਕਮਾਂ ਬਾਰੇ ਸੂਚਿਤ ਕੀਤਾ ਸੀ। ਹਾਲਾਂਕਿ ਪ੍ਰੀ ਯੂਨੀਵਰਸਿਟੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਾਲਜ ਦੇ ਦੌਰੇ ਦੌਰਾਨ ਹਿਜਾਬ ਵਿੱਚ ਲੜਕੀਆਂ ਦੇ ਗਰੁੱਪ ਨੂੰ ਦੇਖ ਕੇ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਸੀ। ਕਾਲਜ ਨੇ ਸਿੱਖ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਬਾਰੇ ਵੀ ਦੱਸਿਆ ਤੇ ਕਾਲਜ ਵਿਦਿਆਰਥਣ ਇਸ ਸਿੱਖ ਲੜਕੀ ਨੇ ਪਰਿਵਾਰ ਸਮੇਤ ਸਾਫ਼ ਤੌਰ ਤੇ ਕਹਿ ਦਿੱਤਾ ਕਿ ਉਹ ਦਸਤਾਰ ਨਹੀਂ ਉਤਾਰੇਗੀ, ਦਸਤਾਰ ਉਤਾਰ ਕੇ ਕਾਲਜ ਦੇ ਵਿੱਚ ਨਹੀਂ ਆਏਗੀ। ਹਾਈ ਕੋਰਟ ਦੇ ਸਰਕਾਰੀ ਹੁਕਮਾਂ ਦੇ ਵਿੱਚ ਹਾਲਾਂਕਿ ਸਿੱਖ ਦੀ ਦਸਤਾਰ ਬਾਰੇ ਕੋਈ ਜ਼ਿਕਰ ਨਹੀਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰਨਾਟਕਾ ਦੇ ਬੰਗਲੌਰ ਦੇ ਕੇਂਦਰੀ ਵਿਦਿਆਲਿਆ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਬੱਚੀ ਨੂੰ ਦਾਖਲ ਹੋਣ ਤੋਂ ਰੋਕਣ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਨੇ ਐਸਜੀਪੀਸੀ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਹਨਾਂ ਨੇ ਤੇਲੰਗਾਨਾ ਦੇ ਹੈਦਰਾਬਾਦ ਦੇ ਵਿੱਚ ਇੱਕ ਨਾਬਾਲਿਗ ਸਿੱਖ ਲੜਕੀ ਦੇ ਨਾਲ, ਸਿੱਖ ਬੱਚੀ ਦੇ ਨਾਲ ਪਿਛਲੇ ਦਿਨੀ ਜੋ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ, ਮਾੜਾ ਕੁਕਰਮ ਕੀਤਾ, ਉਸ ਤੋਂ ਬਾਅਦ ਉਸ ਦਾ ਕਤਲ ਕੀਤਾ, ਉਸ ਦੀ ਵੀ ਸਖਤ ਨਿੰਦਿਆ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਦਾ ਨਤੀਜਾ ਹੈ ਜਿਸ ਕਰਕੇ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਨੇ, ਆਪਣੇ ਮੁਲਕ ਦੇ ਵਿੱਚ ਹੀ ਵਾਪਰਦੀਆਂ ਨੇ। ਪੰਜਾਬ ਦੇ ਵਿੱਚ ਵੋਟਾਂ ਪੈਣ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਸਰਕਾਰ ਕਿਹਦੀ ਬਣਨੀ ਹੈ, ਉਹ ਥੋੜਾ ਜਿਹਾ ਥੰਮਿਆ ਹੈ। ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਮੌਕੇ ਲੋਕ ਵੋਟਾਂ ਨੂੰ ਇੱਕ ਵਾਰੀ ਤਾਂ ਭੁੱਲ ਗਏ ਨੇ ਤੇ ਵਾਪਸ ਫਿਰ ਤੋਂ ਇਹ ਚਰਚਾ ਸ਼ੁਰੂ ਹੋ ਸਕਦੀ ਹੈ। ਇਸੇ ਦਰਮਿਆਨ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸੂਬੇ ਵਿੱਚ ਚੱਲਦੇ ਡਰੱਗ ਮਾਫੀਆ ਤੇ ਨਸ਼ੇ ਦੇ ਕਹਿਰ ਬਾਰੇ ਹੁਣ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਦੁਹਾਈ ਪਾਉਣ ਲੱਗੇ ਨੇ। ਉਹਨਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਇਸ ਸੱਚ ਨੂੰ ਖੁਦ ਪ੍ਰਵਾਨ ਕੀਤਾ ਹੈ ਕਿ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਕਹਿਰ ਜਾਰੀ ਰਿਹਾ, ਡਰੱਗ ਮਾਫੀਆ ਦਾ ਸਿਆਸੀ ਆਗੂਆਂ ਦੇ ਨਾਲ ਗੱਠਜੋੜ ਬਣਿਆ ਰਿਹਾ। ਮਾਨ ਨੇ ਕਾਂਗਰਸੀ ਲੀਡਰਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਸਾਰੇ ਹੁਣ ਪੰਜਾਬ ਦੇ ਮੁੱਦਿਆਂ ਦਾ ਦਿਖਾਵਾ ਕਰਨਾ ਛੱਡ ਦਿਓ, ਚਿੰਤਾ ਕਰਨੀ ਛੱਡ ਦਿਓ, ਕਿਉਂਕਿ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸੂਬੇ ਦੀ ਬਾਗਡੋਰ ਆਮ ਆਦਮੀ ਪਾਰਟੀ ਦੇ ਸਪੁਰਦ ਕਰ ਦਿੱਤੀ ਹੈ। 10 ਮਾਰਚ ਤੋਂ ਬਾਅਦ ਪੰਜਾਬ ਦੀ ਫਿਜ਼ਾ ਬਦਲ ਜਾਏਗੀ। ਪੰਜਾਬ ਕਾਂਗਰਸ ਦੀ ਜੇ ਗੱਲ ਕਰ ਲਈਏ ਤਾਂ ਵੋਟਾਂ ਪੈਣ ਤੋਂ ਬਾਅਦ ਅਤੇ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਦਾ ਕਲੇਸ਼ ਹਾਲੇ ਵੀ ਜਾਰੀ ਹੈ। ਕਾਂਗਰਸ ਦੇ ਦਿੱਗਜ ਲੀਡਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੌਜੂਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਜਾਖੜ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਪ੍ਰਸਿੱਧੀ ਦੇ ਸਿਖਰ ਤੇ ਬਿਲਕੁਲ ਕੱਲੇ ਨੇ। ਸੁਨੀਲ ਜਾਖੜ ਨੇ ਸਿੱਧੂ ਦੇ ਕੱਲੇਪਨ ਦਾ ਕਾਰਨ ਵੀ ਦੱਸਿਆ ਹੈ। ਦਾ ਕਾਰਵਾ ਨੂੰ ਇੰਟਰਵਿਊ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ 23 ਜੁਲਾਈ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸੀ, ਉਹਨਾਂ ਦੀ ਪ੍ਰਸਿੱਧੀ ਸਿਖਰ ਤੇ ਸੀ, ਪਰ ਸਿੱਧੂ ਨੇ ਸਟੇਜ ਤੋਂ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸਹੀ ਵਿਵਹਾਰ ਨਹੀਂ ਕੀਤਾ। ਉਸ ਦਿਨ ਤੋਂ ਹੀ ਸਿੱਧੂ ਦਾ ਪਤਨ ਸ਼ੁਰੂ ਹੋ ਗਿਆ। ਅੱਜ ਉਹ ਪ੍ਰਸਿੱਧੀ ਦੇ ਸਿਖਰ ਤੇ ਬਿਲਕੁਲ ਕੱਲੇ ਨੇ। ਅਗਲੀ ਖਬਰ ਪੰਜਾਬ ਦੇ ਇੱਕ ਗਾਇਕ ਦੇ ਨਾਲ ਜੁੜੀ ਹੋਈ ਹੈ, ਲੋਕ ਪੱਖੀ ਗਾਇਕ ਦੇ ਨਾਲ ਜੁੜੀ ਹੋਈ ਹੈ, ਜਿਹੜੇ ਸਦੀਵੀ ਵਿਛੋੜਾ ਦੇ ਗਏ ਨੇ। ਇਪਟਾ ਲਹਿਰ ਦੇ ਬਾਨੀ ਤੇ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਇਸ ਦੁਨੀਆ ਤੇ ਨਹੀਂ ਰਹੇ। ਉਹਨਾਂ ਦੀ ਮ੍ਰਿਤਕ ਦੇਹ ਦਾ ਪਿੰਡ ਉਦੋਵਾਲੀ ਨੇੜੇ ਧਿਆਨਪੁਰ ਦੇ ਵਿੱਚ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਹੋਏਗਾ। 25 ਫਰਵਰੀ ਨੂੰ ਅਮਰਜੀਤ ਗੁਰਦਾਸਪੁਰੀ ਆਪਣੇ ਪੁੱਤਰ ਪਰਮ ਸੁਨੀਲ ਸਿੰਘ ਦੀ ਮੌਤ ਕਾਰਨ ਸਦਮੇ ਵਿੱਚ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਵੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੜ ਤੋਂ ਕਿਸਾਨਾਂ ਦੇ ਬਾਰੇ ਬਿਆਨ ਦਿੱਤਾ ਹੈ। ਮੋਦੀ ਨੇ ਕਿਹਾ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਉਹਨਾਂ ਨੂੰ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਸਰਕਾਰ ਦੀ ਤਰਜੀਹ ਹੈ, ਪਹਿਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹਨਾਂ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਬਜਟ 2022 ਨੇ ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਅਪਗ੍ਰੇਡ ਕਰਨ ਦੇ ਤਰੀਕੇ ਸੁਝਾਏ ਨੇ। ਆਮ ਬਜਟ ਦੇ ਵਿੱਚ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਬਾਰੇ ਨੁਕਤਿਆਂ ਤੇ ਵੈਬੀਨਾਰ ਦੇ ਵਿੱਚ ਪੀਐਮ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅੱਜ ਮੁਲਕ ਦੇ ਛੋਟੇ ਕਿਸਾਨਾਂ ਦੇ ਲਈ ਵੱਡਾ ਸਹਾਰਾ ਹੈ। ਇਸ ਯੋਜਨਾ ਤਹਿਤ ਦੇਸ਼ ਦੇ 11 ਕਰੋੜ ਕਿਸਾਨਾਂ ਨੂੰ ਕਰੀਬ 2 ਲੱਖ ਕਰੋੜ ਰੁਪਏ ਦਿੱਤੇ ਗਏ ਨੇ। ਹਾਲਾਂਕਿ ਜਿਹੜੀ ਇਹ ਯੋਜਨਾ ਹੈ ਇਸ ਦੇ ਤਹਿਤ ਹਰ ਕਿਸਾਨ ਨੂੰ 1 ਸਾਲ ਦੇ ਵਿੱਚ ਸਿਰਫ 6000 ਰੁਪਏ ਦਿੱਤੇ ਜਾਂਦੇ ਨੇ, ਯਾਨੀ ਕਿ ਮਹੀਨੇ ਦਾ ਸਿਰਫ 500 ਰੁਪਇਆ।
ਇੰਨੇ ਕੁ ਰੁਪਈਆਂ ਦੇ ਨਾਲ ਕਿਸਾਨਾਂ ਦਾ ਕੀ ਕੁਝ ਸੰਵਰਦਾ ਹੋਵੇਗਾ ਇਹ ਆਪਾਂ ਵੀ ਸਾਰੇ ਜਾਣਦੇ ਹਾਂ, ਪਰ ਮੋਦੀ ਜੀ ਕਹਿੰਦੇ ਨੇ ਇਹ ਕਿ ਵੱਡਾ ਸਹਾਰਾ ਹੈ ਛੋਟੇ ਕਿਸਾਨਾਂ ਦੇ ਲਈ। ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣਾ, ਖੇਤੀ ਲਾਗਤ ਨੂੰ ਘਟਾਉਣਾ ਤੇ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਸਰਕਾਰ ਦੀ ਪਹਿਲ ਹੈ ਤੇ ਪਹਿਲ ਰਹੇਗੀ। ਬੁਲੇਟਿਨ ਦੇ ਵਿੱਚ ਹੁਣ ਯੂਕਰੇਨ ਅਤੇ ਰੂਸ ਦੀ ਗੱਲ ਕਰਦੇ ਹਾਂ, ਸਾਰੀਆਂ ਅਪਡੇਟਸ ਤੁਹਾਨੂੰ ਦਿੰਨੇ ਆ ਕਿਉਂਕਿ ਰੂਸ ਅਤੇ ਯੂਕਰੇਨ ਦੇ ਵਿੱਚ ਜੰਗ ਛਿੜ ਚੁੱਕਿਆ। ਵੀਰਵਾਰ ਸਵੇਰੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਪੁਤਿਨ ਨੇ ਇੱਕ ਤਰੀਕੇ ਦੇ ਨਾਲ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਤੇ ਨਾਟੋ ਨੇ ਸਾਡੇ ਦੋਵਾਂ ਮੁਲਕਾਂ ਦੇ ਵਿਚਾਲੇ ਦਖਲ ਦਿੱਤਾ ਤਾਂ ਨਾਨੀ ਯਾਦ ਕਰਵਾ ਦੇਵਾਂਗੇ। ਰੂਸ ਵੱਲੋਂ ਯੂਕਰੇਨ ਖਿਲਾਫ ਵਿਸ਼ੇਸ਼ ਫੌਜੀ ਆਪਰੇਸ਼ਨ ਸ਼ੁਰੂ ਹੁੰਦਿਆਂ ਹੀ 40 ਜਣੇ ਮਾਰੇ ਗਏ ਨੇ। ਇਹ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਸਾਡੇ 40 ਜਣੇ ਮਾਰ ਦਿੱਤੇ ਗਏ ਨੇ। ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਤੇ ਹਵਾਈ ਅੱਡੇ ਤਬਾਹ ਕਰ ਦਿੱਤੇ ਨੇ। ਯੂਕਰੇਨ ਦੇ ਵੱਲੋਂ 50 ਰੂਸੀ ਫੌਜੀ ਮਾਰਨ, 6 ਲੜਾਕੂ ਜਹਾਜ਼ ਅਤੇ 4 ਟੈਂਕ ਤਬਾਹ ਕਰਨ ਦਾ ਵੀ ਦਾਅਵਾ ਕੀਤਾ ਗਿਆ। ਹਾਲਾਂਕਿ ANI ਦੀ ਜਾਣਕਾਰੀ ਦੇ ਮੁਤਾਬਿਕ ਰੂਸ ਅਤੇ ਯੂਕਰੇਨ ਜੰਗ ਦੇ ਵਿੱਚ 18 ਜਣਿਆਂ ਦੀ ਮੌਤ ਹੋ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਕਰਨ ਦਾ ਹੁਕਮ ਦਿੰਦਿਆਂ ਦੂਸਰੇ ਮੁਲਕਾਂ ਖਾਸ ਤੌਰ ਤੇ ਅਮਰੀਕਾ ਦੇ ਨਾਟੋ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸੀ ਕਾਰਵਾਈ ਦੇ ਵਿੱਚ ਟੰਗ ਨਾ ਅੜਾਇਓ। ਜੇ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਨਤੀਜੇ ਮਾੜੇ ਹੋਣਗੇ ਜਿਹੜੇ ਤੁਸੀਂ ਪਹਿਲਾਂ ਕਦੇ ਨਹੀਂ ਦੇਖੇ ਹੋਣੇ। ਇਸ ਦੌਰਾਨ ਰੂਸੀ ਫੌਜਾਂ ਨੇ ਕਿਹਾ ਕਿ ਉਸਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਤੇ ਹਵਾਈ ਅੱਡੇ ਤਬਾਹ ਕਰ ਦਿੱਤੇ ਨੇ, ਜਦਕਿ ਯੂਕਰੇਨ ਨੇ ਕਿਹਾ ਕਿ ਸਾਡੀਆਂ ਫੌਜਾਂ ਦੇ ਰੂਸ ਨੇ 50 ਫੌਜੀ ਮਾਰ ਦਿੱਤੇ ਨੇ, 6 ਲੜਾਕੂ ਜਹਾਜ਼ ਤਬਾਹ ਕਰ ਦਿੱਤੇ ਨੇ, 4 ਟੈਂਕ ਸਾਡੇ ਤਬਾਹ ਹੋ ਗਏ ਨੇ। ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਇਹ ਵੀ ਦੱਸਿਆ ਕਿ ਇਸ ਲੜਾਈ ਦੇ ਵਿੱਚ ਸਾਡੇ ਵੀ 40 ਜਵਾਨ ਮਾਰੇ ਗਏ ਨੇ, ਦਰਜਨਾਂ ਜ਼ਖਮੀ ਹੋਏ ਨੇ, ਜਦਕਿ ਅਸੀਂ ਰੂਸ ਦੇ 50 ਫੌਜੀ ਮਾਰ ਦਿੱਤੇ ਨੇ। ਪੁਤਿਨ ਨੇ ਕਿਹਾ ਕਿ ਕਾਰਵਾਈ ਨਾਗਰਿਕਾਂ ਦੇ ਸੁਰੱਖਿਆ ਲਈ ਜ਼ਰੂਰੀ ਸੀ, ਪਰ ਇਹ ਜੰਗ ਕੈਸੀ ਜ਼ਰੂਰੀ ਹੁੰਦੀ ਹੈ ਕਿ ਜਿਹਦੇ ਵਿੱਚ ਫੌਜਾਂ ਵੀ ਮਾਰੀਆਂ ਜਾਂਦੀਆਂ ਨੇ ਤੇ ਆਮ ਲੋਕ ਵੀ ਮਾਰੇ ਜਾਂਦੇ ਨੇ, ਤੇ ਫੌਜੀ ਹੁੰਦੇ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਆਮ ਲੋਕ ਹੀ ਤਾਂ ਹੁੰਦੇ ਨੇ, ਉਹ ਸਿਰਫ ਫੌਜ ਦੀ ਨੌਕਰੀ ਕਰਦੇ ਹੁੰਦੇ ਨੇ। ਇਸ ਦੌਰਾਨ ਯੂਕਰੇਨ ਦੇ ਕਈ ਇਲਾਕਿਆਂ ਦੇ ਵਿੱਚ ਧਮਾਕਿਆਂ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਹੈ ਤੇ ਟੀਵੀ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਨਾਟੋ ਆਪਹੁਦਰੀਆਂ ਕਰਕੇ ਰੂਸੀ ਸੁਰੱਖਿਆ ਨੂੰ ਟਿੱਚ ਸਮਝ ਰਿਹਾ ਹੈ। ਯੂਕਰੇਨ ਦੇ ਵੱਲੋਂ ਰੂਸ ਨੂੰ ਖਤਰੇ ਕਾਰਨ ਇਹ ਕਾਰਵਾਈ ਕਰਨੀ ਜ਼ਰੂਰੀ ਸੀ ਤੇ ਸਾਡਾ ਮਕਸਦ ਯੂਕਰੇਨ ਤੇ ਕਬਜ਼ਾ ਕਰਨਾ ਨਹੀਂ ਹੈ, ਇਹ ਵੀ ਰਾਸ਼ਟਰਪਤੀ ਨੇ ਕਿਹਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਰੂਸੀ ਹਮਲਾ ਪਹਿਲਾਂ ਤੋਂ ਹੀ ਤੈਅ ਸੀ। ਅਸੀਂ ਕਈ ਦਿਨਾਂ ਤੋਂ ਕਹਿ ਰਹੇ ਸੀ ਕਿ ਰੂਸ ਹਮਲਾ ਕਰੇਗਾ, ਪਰ ਰੂਸ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ। ਉਸ ਦਾ ਇਹੀ ਦਾਅਵਾ ਸੀ ਕਿ ਸਾਡੀਆਂ ਫੌਜਾਂ ਯੂਕਰੇਨ ਦੀ ਹੱਦ ਤੇ ਸਿਰਫ ਜੰਗੀ ਅਭਿਆਸ ਕਰਨ ਦੇ ਲਈ ਗਈਆਂ ਨੇ। ਅਮਰੀਕਾ ਦੇ ਵੱਲੋਂ ਰੂਸ ਦੇ ਖਿਲਾਫ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਰੂਸ ਦੇ ਵੱਲੋਂ ਪੂਰੀ ਤਾਕਤ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਨਤੀਜੇ ਵਜੋਂ ਯੂਕਰੇਨ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਵੀ ਪਲਟ ਸਕਦਾ ਹੈ ਤੇ ਇਸ ਸੰਘਰਸ਼ ਦੇ ਨਤੀਜੇ ਵਜੋਂ ਰੂਸ ਤੇ ਵਿਸ਼ਵ ਵਿਆਪੀ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਜਿਹਦੇ ਨਾਲ ਯੂਰਪ ਨੂੰ ਊਰਜਾ ਸਮੱਗਰੀ ਦੀ ਸਪਲਾਈ ਤੇ ਅਸਰ ਪੈ ਸਕਦਾ ਹੈ। ਵਿਸ਼ਵ ਵਿੱਤੀ ਬਾਜ਼ਾਰ ਤੇ ਵੀ ਗੰਭੀਰ ਪ੍ਰਭਾਵ ਪੈ ਸਕਦਾ ਹੈ ਤੇ ਇਸ ਦੇ ਸੰਕੇਤ ਮਿਲਣੇ ਸ਼ੁਰੂ ਵੀ ਹੋ ਗਏ ਨੇ। ਹਮਲੇ ਤੋਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਲੋਕ ਸ਼ਹਿਰਾਂ ਦੇ ਵਿੱਚ ਭੱਜਦੇ ਨਜ਼ਰ ਆਏ। ਐਕਸਪ੍ਰੈਸ ਵੇ ਤੇ ਵੱਡੀ ਗਿਣਤੀ ਵਿੱਚ ਜਾਮ ਲੱਗ ਗਿਆ ਸੀ। ਕੀਵ ਦੇ ਲੋਕਾਂ ਦੇ ਵਿੱਚ ਕਾਫੀ ਘਬਰਾਹਟ ਪਾਈ ਜਾ ਰਹੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਰੂਸ ਨਾਲ ਨਿਪਟਣ ਦੇ ਲਈ 5 ਸੁਝਾਅ ਵੀ ਦਿੱਤੇ ਨੇ। ਸੁਝਾਅ ਦੇਣ ਦੇ ਨਾਲ ਉਹਨਾਂ ਨੇ ਦਾਅਵਾ ਵੀ ਕੀਤਾ ਕਿ ਯੂਕਰੇਨ ਆਪਣਾ ਬਚਾਅ ਕਰੇਗਾ, ਜਿੱਤੇਗਾ। ਦੁਨੀਆ ਪੁਤਿਨ ਨੂੰ ਬਿਲਕੁਲ ਰੋਕ ਸਕਦੀ ਹੈ। ਹੁਣ ਕਾਰਵਾਈ ਦਾ ਸਮਾਂ ਆ ਗਿਆ ਹੈ ਤੇ ਦੁਨੀਆ ਨੂੰ ਕੁਲੇਬਾ ਨੇ ਅਪੀਲ ਵੀ ਕੀਤੀ ਹੈ ਕਿ ਰੂਸ ਦੇ ਖਿਲਾਫ ਸਾਰੀ ਦੁਨੀਆ ਦੇ ਜਿਹੜੇ ਦੇਸ਼ ਨੇ ਉਹ ਇਕਜੁੱਟ ਹੋ ਜਾਣ ਤੇ 5 ਜਿਹੜੇ ਸੁਝਾਅ ਦਿੱਤੇ ਨੇ। ਸਵਿਫਟ ਸਮੇਤ ਰੂਸ ਤੇ ਸਖਤ ਪਾਬੰਦੀਆਂ ਲਾਈਆਂ ਜਾਣੀਆਂ ਚਾਹੀਦੀਆਂ ਨੇ। ਇਹ ਪਹਿਲਾ ਸੁਝਾਅ ਹੈ। ਰੂਸ ਦੇ ਨਾਲ ਵਿੱਤੀ ਲੈਣ ਦੇਣ ਵੀ ਰੋਕਿਆ ਜਾਣਾ ਚਾਹੀਦਾ ਹੈ। ਰੂਸ ਨੂੰ ਹਰ ਤਰੀਕੇ ਦੇ ਨਾਲ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ। ਯੂਕਰੇਨ ਦੇ ਲਈ ਹਥਿਆਰ ਤੇ ਸੁਰੱਖਿਆ ਉਪਕਰਨ ਬਾਕੀ ਮੁਲਕ ਨੇ ਜਿਹੜੇ ਉਹ ਮੁਹੱਈਆ ਕਰਵਾਉਣ, ਯੂਕਰੇਨ ਨੂੰ ਸਪਲਾਈ ਕਰਨ, ਵਿੱਤੀ ਸਹਾਇਤਾ ਦੇਣ, ਮਨੁੱਖੀ ਸਹਾਇਤਾ ਦੇਣ, ਯਾਨੀ ਕਿ ਫੌਜੀ ਭੇਜਣ। ਸਵਿਫਟ ਇੱਕ ਗਲੋਬਲ ਮੈਨੇਜਿੰਗ ਸਰਵਿਸ ਹੈ। 200 ਮੁਲਕਾਂ ਦੇ ਵਿੱਚ ਹਜ਼ਾਰਾਂ ਵਿੱਤੀ ਸੰਸਥਾਵਾਂ ਇਸ ਦਾ ਇਸਤੇਮਾਲ ਕਰਦੀਆਂ ਨੇ। ਇਸ ਦੇ ਨਾਲ ਰੂਸੀ ਬੈਂਕਾਂ ਦੇ ਲਈ ਵਿਦੇਸ਼ ਵਿੱਚ ਕਾਰੋਬਾਰ ਕਰਨਾ ਕਾਫੀ ਮੁਸ਼ਕਿਲ ਹੋ ਜਾਏਗਾ। ਇਸ ਜੰਗ ਦੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਹੁਣ ਇੱਕ ਹੋਰ ਦਾਅਵਾ ਕੀਤਾ ਕਿ ਯੂਕਰੇਨ ਦੇ ਫੌਜੀ ਆਪਣੇ ਹਥਿਆਰ ਛੱਡ ਕੇ ਜਾ ਰਹੇ ਨੇ। ਰੂਸੀ ਰੱਖਿਆ ਮੰਤਰਾਲੇ ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਇਹ ਦਾਅਵਾ ਕੀਤਾ ਹੈ। ਰੱਖਿਆ ਮੰਤਰਾਲੇ ਨੇ ਇਹ ਵੀ ਫਿਰ ਕਹਿ ਦਿੱਤਾ ਹੈ ਕਿ ਜਿਹੜੇ ਫੌਜੀਆਂ ਨੇ ਯੂਕਰੇਨ ਦੇ ਫੌਜੀਆਂ ਨੇ ਹਥਿਆਰ ਛੱਡ ਦਿੱਤੇ ਨੇ, ਉਹਨਾਂ ਦੇ ਟਿਕਾਣਿਆਂ ਤੇ ਅਸੀਂ ਕਾਰਵਾਈ ਨਾ ਕਰ ਰਹੇ ਹਾਂ ਤੇ ਨਾ ਹੀ ਕਰਾਂਗੇ। ਤੇ ਹੁਣ ਇੱਕ ਵੱਡੀ ਅਪਡੇਟ ਉਹਨਾਂ ਭਾਰਤੀਆਂ ਦੇ ਲਈ ਜਿਹੜੇ ਯੂਕਰੇਨ ਦੇ ਵਿੱਚ ਨੇ।
ਯੂਕਰੇਨ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਓ ਨਾ, ਜਿੱਥੇ ਹੋ ਤੁਸੀਂ ਉੱਥੇ ਹੀ ਰਹੋ। ਸਾਰੇ ਭਾਰਤੀ ਨਾਗਰਿਕ ਜਿਹੜੇ ਯੂਕਰੇਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਿਹਾ ਕਿ ਹਾਲਾਤ ਬੇਹੱਦ ਬੇਯਕੀਨੀ ਵਾਲੇ ਨੇ, ਇਸ ਲਈ ਕਿਰਪਾ ਕਰਕੇ ਤੁਸੀਂ ਘਬਰਾਓ ਬਿਲਕੁਲ ਨਾ, ਜਿੱਥੇ ਤੁਸੀਂ ਹੈਗੇ ਹੋ ਉੱਥੇ ਟਿਕੇ ਰਹੋ, ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ। ਸਫਾਰਤਖਾਨੇ ਨੇ ਕੀਵ ਦੀ ਯਾਤਰਾ ਕਰਨ ਵਾਲਿਆਂ ਨੂੰ ਵੀ ਅਸਥਾਈ ਤੌਰ ਤੇ ਤੁਰੰਤ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਪਰਤਣ ਦੀ ਸਲਾਹ ਦਿੱਤੀ ਹੈ, ਕਿਉਂਕਿ ਹਮਲਾ ਰਾਜਧਾਨੀ ਕੀਵ ਦੇ ਵਿੱਚ ਹੀ ਹਾਲੇ ਹੋਇਆ ਹੈ ਤੇ ਇਹ ਹੋਰ ਸ਼ਹਿਰਾਂ ਦੇ ਵਿੱਚ ਅੱਗੇ ਵੱਧ ਸਕਦਾ ਹੈ। ਪਰ ਇਹ ਵੀ ਤੁਹਾਨੂੰ ਅਪਡੇਟ ਦੇ ਦਿੰਦੇ ਆ ਕਿ ਪਿਛਲੇ ਦਿਨੀ ਲਗਾਤਾਰ ਜਿਹੜੇ ਭਾਰਤੀ ਵਿਦਿਆਰਥੀ, ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀ ਜਿਹੜੇ ਯੂਕਰੇਨ ਦੇ ਵਿੱਚ ਜ਼ਿਆਦਾਤਰ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਜਾਂਦੇ ਨੇ, ਉਹ ਵਾਪਸ ਵੀ ਆ ਰਹੇ ਨੇ। ਮਹਿੰਗੀਆਂ ਟਿਕਟਾਂ ਲੈ ਕੇ ਉਹ ਵਾਪਸ ਆ ਰਹੇ ਨੇ। ਉਹਨਾਂ ਨੇ ਜਿਹੜੀ ਇਹ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ ਕਿ ਇੰਡੀਅਨ ਕੌਂਸੂਲੇਟ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਭਾਰਤੀ ਸਫਾਰਤਖਾਨਾ ਜਿਹੜਾ ਯੂਕਰੇਨ ਦੇ ਵਿੱਚ ਹੈ ਉਸਨੇ ਕੋਈ ਮਦਦ ਨਹੀਂ ਕੀਤੀ ਤੇ ਹੁਣ ਸਫਾਰਤਖਾਨੇ ਦੀ ਇਸ ਅਪੀਲ ਤੇ ਕਿੰਨੀ ਕੁ ਗੌਰ ਕਰਨਗੇ ਭਾਰਤੀ, ਇਹ ਵੀ ਦੇਖਣ ਵਾਲੀ ਗੱਲ ਹੈ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਦੇ ਲਈ ਤੁਸੀਂ ਦਖਲ ਜ਼ਰੂਰ ਦਿਓ। ਚੰਨੀ ਨੇ ਟਵੀਟ ਕੀਤਾ ਹੈ ਕਿ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨੂੰ ਲੈ ਕੇ ਮੈਂ ਚਿੰਤਾ ਦੇ ਵਿੱਚ ਹਾਂ। ਪੰਜਾਬ ਸਮੇਤ ਪੂਰੇ ਭਾਰਤ ਦੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਯੂਕਰੇਨ ਪੜ੍ਹਦੇ ਨੇ ਤੇ ਵਿਦੇਸ਼ ਮੰਤਰਾਲੇ ਨੇ ਵੀ ਯੂਕਰੇਨ ਵਿੱਚ ਭਾਰਤ ਦੇ ਨਾਗਰਿਕਾਂ ਦੇ ਸਹਾਇਤਾ ਦੇ ਲਈ ਇੱਕ ਫੋਨ ਨੰਬਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਨੇ ਵੀ ਇੱਕ ਸਹਾਇਤਾ ਨੰਬਰ ਜਾਰੀ ਕੀਤਾ ਹੈ। ਹਰਿਆਣਾ ਦੇ ਵਿੱਚ ਫੋਰਨ ਕੋਆਪਰੇਸ਼ਨ ਡਿਪਾਰਟਮੈਂਟ ਦੇ ਰਾਹੀਂ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇੱਕ WhatsApp ਨੰਬਰ ਜਾਰੀ ਕੀਤਾ ਗਿਆ ਹੈ, ਖਾਸ ਕਰਕੇ ਹਰਿਆਣਾ ਦੇ ਨਾਗਰਿਕ ਜਿਹੜੇ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਲਈ ਨੰਬਰ ਹੈ 92-123 14-595। ਇੱਕ ਵਾਰੀ ਫੇਰ ਅਸੀਂ ਨੰਬਰ ਦੱਸ ਦਿੰਦੇ ਹਾਂ, 92-123 14-595। ਇਹ ਕੰਟਰੋਲ ਰੂਮ ਹੈ, ਹਰਿਆਣਾ ਸਰਕਾਰ ਨੇ ਸਥਾਪਿਤ ਕੀਤਾ ਹੈ। ਇੱਥੇ ਤੁਸੀਂ ਫੋਨ ਕਰ ਸਕਦੇ ਹੋ। ਜਿਹੜੇ ਹਰਿਆਣਾ ਦੇ ਵਿਦਿਆਰਥੀ ਉੱਥੇ ਗਏ ਹੋਏ ਨੇ ਉਹਨਾਂ ਦੇ ਮਾਪੇ ਇੱਥੇ ਫੋਨ ਕਰ ਸਕਦੇ ਨੇ ਤੇ ਹਰਿਆਣਾ ਸਰਕਾਰ ਕਿਵੇਂ ਨਾ ਕਿਵੇਂ ਕਰਕੇ ਤੁਹਾਡੀ ਮਦਦ ਕਰ ਸਕਦੀ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੀ ਇੱਕ ਈਮੇਲ ਵੀ ਦਿੱਤੀ ਗਈ ਹੈ, contactus@fcd@gmail.com contactus@fcd। ਇਹਦੇ ਵਿੱਚ ਕਿਤੇ ਕੋਈ ਸਪੇਸ ਜਾਂ ਵੱਡਾ ਛੋਟਾ ਅੱਖਰ ਨਹੀਂ ਹੈ, @gmail.com। ਇਸ ਈਮੇਲ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਯੂਕਰੇਨ ਦੇ ਵਿੱਚ ਫਸੇ ਪੰਜਾਬੀ, ਹਰਿਆਣਵੀ ਤੇ ਸਾਰੇ ਭਾਰਤੀ ਜਿੱਥੇ ਚਿੰਤਾ ਦੇ ਵਿੱਚ ਹਨ, ਉਸੇ ਦਰਮਿਆਨ ਇੱਕ ਹੋਰ ਚਿੰਤਾ ਵਾਲੀ ਖਬਰ ਇਹ ਆ ਜਾਂਦੀ ਹੈ ਕਿ ਰੂਸੀ ਕਾਰਵਾਈ ਤੋਂ ਬਾਅਦ ਭਾਰਤੀਆਂ ਨੂੰ ਲੈਣ ਦੇ ਲਈ ਉੱਡਿਆ ਹਵਾਈ ਜਹਾਜ਼ 에ਅਰ ਇੰਡੀਆ ਦਾ ਉਹ ਰਾਹ ਦੇ ਵਿੱਚੋਂ ਹੀ ਮੁੜ ਗਿਆ ਹੈ। ਵੀਰਵਾਰ ਸਵੇਰੇ 에ਅਰ ਇੰਡੀਆ ਦੀ ਉਡਾਣ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਯੂਕਰੇਨ ਦੇ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਯੂਕਰੇਨ ਦੇ ਅੰਦਰ ਸਿਵਲ 에ਅਰਕ੍ਰਾਫਟ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਨੇ। ਇਸ ਕਰਕੇ 에ਅਰ ਇੰਡੀਆ ਤੇ ਕੇਂਦਰ ਸਰਕਾਰ ਨੇ ਜਹਾਜ਼ ਨੂੰ ਦਿੱਲੀ ਵਾਪਸ ਬੁਲਾਉਣ ਦਾ ਫੈਸਲਾ ਲਿਆ ਤੇ ਚਿੰਤਾ ਹੋਰ ਵੀ ਇਸ ਗੱਲ ਦੀ ਹੈ ਕਿ ਹੁਣ ਜਿਹੜੇ ਉੱਥੇ ਯੂਕਰੇਨ ਦੇ ਵਿੱਚ ਸਟੂਡੈਂਟ ਹੈਗੇ ਨੇ ਭਾਰਤ ਦੇ ਤੇ ਹੋਰ ਨਾਗਰਿਕ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਤੇ ਉਹ ਵਾਪਸ ਕਿਵੇਂ ਆਉਣਗੇ ਜੇ ਜਹਾਜ਼ ਨਹੀਂ ਉੱਡਣਗੇ। ਜੰਗ ਵਾਲੇ ਮੁਲਕਾਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਜਾਣਕਾਰੀ ਇਹ ਹੈ ਕਿ ਯੂਕਰੇਨ ਦੀ ਜਨਤਾ ਹੁਣ ਖੁਦ ਵੀ ਜੰਗ ਲੜੇਗੀ, ਕਿਉਂਕਿ ਯੂਕਰੇਨ ਦੀ ਸਰਕਾਰ ਨੇ ਸੱਦਾ ਦਿੱਤਾ ਹੈ ਆਮ ਲੋਕਾਂ ਨੂੰ ਕਿ ਜਿਹੜੇ ਸਰੀਰਕ ਪੱਖੋਂ ਸਮਰੱਥ ਨੇ ਤੇ ਜਿਹੜੇ ਜੰਗ ਦੇ ਵਿੱਚ ਹਿੱਸਾ ਲੈਣ ਦੀ ਹਿੰਮਤ ਰੱਖਦੇ ਨੇ ਉਹ ਆ ਕੇ ਸਾਡੇ ਨਾਲ ਸੰਪਰਕ ਕਰਨ। ਯੂਕਰੇਨ ਦੇ ਰੱਖਿਆ ਮੰਤਰੀ ਓਲੈਕਸੀ ਰੇਜ਼ਨੀਕੋਵ ਨੇ ਲੋਕਾਂ ਦੇ ਵਿੱਚ ਐਲਾਨ ਕੀਤਾ ਹੈ ਕਿ ਕੋਈ ਵੀ ਵਿਅਕਤੀ ਜੋ ਹਥਿਆਰ ਰੱਖਣ ਦੇ ਲਈ ਤਿਆਰ ਹੈ, ਸਮਰੱਥ ਹੈ, ਉਹ ਫੌਜਾਂ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ। ਯੂਕਰੇਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਸੀਂ ਯਾਨੀ ਕਿ ਸਰਕਾਰ ਹਰ ਨਾਗਰਿਕ ਨੂੰ ਹਥਿਆਰ ਦੇਵੇਗੀ ਜੋ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਤਿਆਰ ਬਰ ਤਿਆਰ ਹੈ। ਰੂਸ ਦੇ ਯੂਕਰੇਨ ਤੇ ਹੋਏ ਹਮਲੇ ਤੋਂ ਬਾਅਦ ਯੂਰਪ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਨੇ। ਫਲਾਈਟ ਟ੍ਰੇਡਰ ਦੀ ਇੱਕ ਤਸਵੀਰ ਦੇ ਰਾਹੀਂ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ, ਬੇਲਾਰੂਸ ਅਤੇ ਆਸ-ਪਾਸ ਦੇ ਇਲਾਕਿਆਂ ਦਾ ਹਵਾਈ ਇਲਾਕਾ ਖਾਲੀ ਹੈ। ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਨਾਗਰਿਕ ਉਡਾਣਾਂ ਦੇ ਲਈ ਬੰਦ ਕਰ ਦਿੱਤਾ ਹੈ ਤੇ ਜੰਗ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਤੇ ਵੀ ਪਿਆ ਹੈ। ਸੈਂਸੈਕਸ ਅਤੇ ਨਿਫਟੀ ਨੇ ਗੋਤਾ ਮਾਰਿਆ ਹੈ। BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2702.15 ਅੰਕ ਡਿੱਗ ਕੇ 54,529.91 ਤੇ ਅਤੇ NSE ਨਿਫਟੀ 815.30 ਅੰਕ ਡਿੱਗ ਕੇ 16,247.95 ਤੇ ਬੰਦ ਹੋਇਆ। ਇਸੇ ਤਰ੍ਹਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, $100 ਪ੍ਰਤੀ ਬੈਰਲ ਨੂੰ ਟੱਪ ਗਈਆਂ ਨੇ। ਫੌਜੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਰੂਸ ਦੇ ਵੱਲੋਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ $6 ਪ੍ਰਤੀ ਬੈਰਲ ਦਾ ਵਾਧਾ ਹੋ ਗਿਆ ਤੇ $100 ਪ੍ਰਤੀ ਬੈਰਲ ਤੋਂ ਵੀ ਵੱਧ ਗਿਆ ਹੈ ਹੁਣ ਕੱਚਾ ਤੇਲ। ਜ਼ਾਹਿਰ ਤੌਰ ਤੇ ਜਦੋਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੇ ਭਾਅ ਵੱਧ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਪੈਟਰੋਲ
ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਜਾਂਦਾ ਹੈ ਤੇ ਹੁਣ ਤੁਸੀਂ ਤਿਆਰ ਹੋ ਜਾਓ, ਤੁਹਾਨੂੰ ਤਾਂ ਜਲਦੀ ਇਹ ਖਬਰ ਮਿਲ ਸਕਦੀ ਹੈ ਕਿ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਵਧ ਗਏ ਨੇ, ਜਿਹੜੇ ਕਿ ਪਿਛਲੇ ਕਈ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਰੁਕੇ ਹੋਏ ਸੀ ਕਿਉਂਕਿ ਚੋਣਾਂ ਦਾ ਮੌਸਮ ਹੈ। ਦੋਵਾਂ ਮੁਲਕਾਂ ਦੇ ਵਿਚਾਲੇ ਇਸ ਜੰਗ ਦੇ ਦਰਮਿਆਨ ਭਾਰਤ ਨੇ ਅਪੀਲ ਕੀਤੀ ਹੈ ਕਿ ਜੇ ਸ਼ਾਂਤੀ ਲਈ ਤੁਰੰਤ ਕਦਮ ਨਾ ਚੁੱਕੇ ਤਾਂ ਹਾਲਾਤ ਸੰਭਾਲੇ ਨਹੀਂ ਜਾਣਗੇ। ਇਸੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਰੂਸ ਨੂੰ ਫੌਜਾਂ ਵਾਪਸ ਸੱਦਣ ਦੀ ਅਪੀਲ ਕੀਤੀ ਹੈ, ਪਰ ਰੂਸ ਦਾ ਜੋ ਰਵੱਈਆ ਹੈ ਅਮਰੀਕਾ ਦੇ ਲਈ, ਨਾਟੋ ਦੇ ਲਈ, ਉਹ ਤਾਂ ਇਹ ਕਹਿ ਰਹੇ ਨੇ ਕਿ ਨਾਨੀ ਯਾਦ ਕਰਵਾ ਦੇਾਂਗੇ ਜੇ ਤੁਸੀਂ ਦਖਲ ਦਿੱਤਾ। ਹੁਣ ਸੰਯੁਕਤ ਰਾਸ਼ਟਰ ਦੀ ਕਿੰਨੀ ਕੁ ਮੰਨਦਾ ਹੈ, ਰੂਸ ਕਿੰਨੀ ਕੁ ਮੰਨਦੇ ਨੇ ਵਲਾਦੀਮੀਰ ਪੁਤਿਨ, ਇਹ ਤਾਂ ਹੁਣ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਅਸੀਂ ਜ਼ਰੂਰ ਅਰਦਾਸ ਕਰਦੇ ਹਾਂ ਕਿ ਜੰਗ ਛੇਤੀ ਖਤਮ ਹੋਵੇ, ਬੇਕਸੂਰ ਬੇਗੁਨਾਹ ਲੋਕਾਂ ਦਾ ਜਿਹੜਾ ਕਤਲੇਆਮ ਹੈ ਉਹ ਬਚ ਜਾਵੇ, ਕਿਉਂਕਿ ਜੰਗ ਹੈ ਜਿਹੜੀ ਉਹ ਭਾਵੇਂ ਸਰਕਾਰਾਂ ਦੇ ਹੱਠ ਦੇ ਕਾਰਨ ਹੁੰਦੀ ਹੈ ਪਰ ਆਮ ਲੋਕਾਂ ਦਾ ਜਿਹੜਾ ਉਹਦੇ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਤੇ ਜੰਗ ਕਦੇ ਵੀ ਚੰਗੀ ਨਹੀਂ ਹੁੰਦੀ। ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਰੂਸ ਦਾ ਯੂਕਰੇਨ ਤੇ ਹਮਲਾ ਇਸ ਮਹਾਦੀਪ ਦੇ ਲਈ ਆਫਤ ਹੈ। ਉਹ G7 ਦੇ ਲੀਡਰਾਂ ਨਾਲ ਗੱਲਬਾਤ ਕਰਨਗੇ। ਬੋਰਿਸ ਜੌਨਸਨ ਨੇ ਟਵੀਟ ਕੀਤਾ ਹੈ ਕਿ ਨਾਟੋ ਦੇ ਸਾਰੇ ਲੀਡਰਾਂ ਦੀ ਤੁਰੰਤ ਐਮਰਜੈਂਸੀ ਬੈਠਕ ਬੁਲਾਉਣ ਦੀ ਵੀ ਅਸੀਂ ਅਪੀਲ ਕਰ ਰਹੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਤੇ ਰੂਸ ਦੀ ਕਾਰਵਾਈ ਨੂੰ ਘੋਰ ਭਿਅੰਕਰ ਹਮਲਾ ਦੱਸਿਆ ਹੈ ਤੇ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਰੂਸੀ ਫੌਜਾਂ ਦੀ ਕਾਰਵਾਈ ਨੂੰ ਅਣਭੜਕਾਈ ਅਤੇ ਨਾਵਾਜਿਬ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪੂਰੀ ਦੁਨੀਆ ਦੀਆਂ ਅਰਦਾਸਾਂ ਯੂਕਰੇਨ ਵਾਸੀਆਂ ਦੇ ਨਾਲ ਨੇ। ਰਾਸ਼ਟਰਪਤੀ ਪੁਤਿਨ ਨੇ ਇੱਕ ਸੋਚੀ ਸਮਝੀ ਜੰਗ ਚੁਣੀ ਹੈ ਜੋ ਮਨੁੱਖੀ ਦੁੱਖਾਂ ਅਤੇ ਜ਼ਿੰਦਗੀ ਦਾ ਵਿਨਾਸ਼ਕਾਰੀ ਘਾਟਾ ਲੈ ਕੇ ਆਵੇਗੀ। ਤੋਂ ਸੰਖੇਪ ਦੇ ਵਿੱਚ ਇੱਕ ਦੋ ਅਪਡੇਟਸ ਅਸੀਂ ਹੋਰ ਤੁਹਾਨੂੰ ਦੇ ਦਿੰਨੇ ਆ ਕਿ ਯੂਕਰੇਨ ਤੋਂ ਆਉਣ ਵਾਲੀਆਂ ਤੇ ਜਾਣ ਵਾਲੀਆਂ ਸਾਰੀਆਂ ਨਾਗਰਿਕ ਉਡਾਣਾਂ ਫਿਲਹਾਲ ਰੱਦ ਨੇ ਤੇ ਜਿਹੜੇ ਭਾਰਤੀ ਵਿਦਿਆਰਥੀ, ਪੰਜਾਬ ਦੇ ਵੀ ਵਿਦਿਆਰਥੀ ਨੇ, ਹਰਿਆਣੇ ਦੇ ਵੀ ਨੇ, ਪੂਰੇ ਭਾਰਤ ਦੇ ਕਈ ਸੂਬਿਆਂ ਦੇ ਵਿਦਿਆਰਥੀ ਯੂਕਰੇਨ ਦੇ ਵਿੱਚ ਨੇ, ਉਹਨਾਂ ਦੇ ਮਾਪੇ ਜ਼ਰੂਰ ਸਰਕਾਰਾਂ ਨੂੰ ਅਪੀਲ ਕਰਨ। ਟਵਿੱਟਰ ਦੇ ਉੱਤੇ ਤੁਸੀਂ ਇੱਕ ਮੁਹਿੰਮ ਚਲਾ ਸਕਦੇ ਹੋ ਜਦੋਂ ਭਾਰਤ ਸਰਕਾਰ ਤੁਹਾਡੇ ਬੱਚਿਆਂ ਦੇ ਲਈ ਕੁਛ ਨਾ ਕੁਛ ਜਿਹੜੀ ਹੈ ਉਹ ਦਬਾਅ ਬਣਾ ਸਕਦੀ ਹੈ ਯੂਕਰੇਨ ਦੀ ਸਰਕਾਰ ਤੇ ਰੂਸ ਦੀ ਸਰਕਾਰ ਤੇ, ਤਾਂ ਕਿ ਤੁਹਾਡੇ ਜਿਹੜੇ ਮੈਂਬਰ ਹੈਗੇ ਨੇ, ਘਰਾਂ ਦੇ ਮੈਂਬਰ ਨੇ, ਉਹ ਵਾਪਸ ਇੱਥੇ ਸੁਰੱਖਿਅਤ ਆ ਜਾਣ, ਕਿਉਂਕਿ ਫਿਲਹਾਲ ਰਾਹ ਬੰਦ ਹੋ ਗਿਆ। ਯੂਕਰੇਨ ਨੂੰ ਨਾ ਕੋਈ ਉਡਾਣ ਜਾ ਰਹੀ ਹੈ, ਨਾ ਹੀ ਕੋਈ ਆ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਵੱਡੇ ਟ੍ਰੈਫਿਕ ਜਾਮ ਵੀ ਲੱਗੇ ਹੋਏ ਨੇ। ਐਮਰਜੈਂਸੀ ਸਾਇਰਨ ਲਗਾਤਾਰ ਵੱਜ ਰਹੇ ਨੇ ਤੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਫਿਰ ਅਰਦਾਸ ਕਰਦੇ ਹਾਂ, ਤੁਸੀਂ ਵੀ ਸਾਰੇ ਅਰਦਾਸ ਕਰਿਓ ਕਿ ਜੰਗ ਛੇਤੀ ਮੁੱਕ ਜਾਵੇ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ ਤੁਹਾਨੂੰ ਦੱਸ ਦਿੰਦੇ ਹਾਂ। ਰਾਜਸਥਾਨ ਤੋਂ ਖਬਰ ਹੈ ਜਿੱਥੇ ਗਹਿਲੋਤ ਸਰਕਾਰ ਕਾਫੀ ਅਮੀਰੀ ਦਿਖਾ ਰਹੀ ਹੈ। ਇੱਥੇ ਵਿਧਾਇਕਾਂ ਨੂੰ ਪਹਿਲਾਂ ਆਈਪੈਡ ਦਿੱਤੇ ਗਏ ਤੇ ਹੁਣ ਆਈਫੋਨ 13 ਦਿੱਤੇ ਨੇ, ਜਿਹੜੇ ਕਿ ਲੇਟੈਸਟ ਫੋਨ ਨੇ ਐਪਲ ਦੇ, ਤੇ ਬੀਜੇਪੀ ਮੈਂਬਰਾਂ ਨੇ ਇਹ ਫੋਨ ਵਾਪਸ ਕਰ ਦਿੱਤੇ ਨੇ। ਸਾਰੇ 200 ਵਿਧਾਇਕਾਂ ਨੂੰ ਸਰਕਾਰ ਨੇ ਆਈਫੋਨ ਦਿੱਤੇ ਨੇ। ਵਿਧਾਨ ਸਭਾ ਨੂੰ ਕਾਗਜ਼ ਰਹਿਤ ਬਣਾਉਣ ਦੇ ਮਕਸਦ ਦੇ ਨਾਲ ਰਾਜਸਥਾਨ ਸਰਕਾਰ ਨੇ ਇਹ ਸਹੂਲਤ ਦਿੱਤੀ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਸੂਬਾ ਸਰਕਾਰ ਤੇ ਵਿੱਤੀ ਬੋਝ ਨੂੰ ਦੇਖਦੇ ਹੋਏ ਇਹ ਫੋਨ ਵਾਪਸ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਸਾਲ ਵੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਸਾਰੇ 200 ਵਿਧਾਇਕਾਂ ਨੂੰ ਐਪਲ ਯਾਨੀ ਕਿ ਆਈਪੈਡ ਵੰਡੇ ਸਨ। ਸਾਰੇ ਵਿਧਾਇਕਾਂ ਨੂੰ ਸਦਨ ਦੇ ਵਿੱਚੋਂ ਜਾਣ ਵੇਲੇ ਆਈਫੋਨ 13 ਦਿੱਤੇ ਗਏ। ਤੇ ਜੇ ਇਹਨਾਂ ਦੀ ਕੀਮਤ ਦਾ ਅੰਦਾਜ਼ਾ ਤੁਹਾਨੂੰ ਦੱਸ ਦਈਏ, ਜੇ 200 ਵਿਧਾਇਕਾਂ ਨੂੰ ਐਪਲ ਫੋਨ ਦਿੱਤੇ ਗਏ ਨੇ, ਐਪਲ 13 ਫੋਨ ਦਿੱਤੇ ਗਏ ਨੇ, ਤਾਂ ਇੱਕ 13 ਫੋਨ ਦੀ ਕੀਮਤ ਹੈ ਜਿਹੜੀ ਉਹ 70,000 ਦੇ ਕਰੀਬ ਹੈ। ਤਾਂ 200 ਵਿਧਾਇਕਾਂ ਨੂੰ ਜੇ ਦਿੱਤੇ ਨੇ ਤਾਂ 1 ਕਰੋੜ 40 ਲੱਖ ਦੇ ਕਰੀਬ ਇਹ ਕੀਮਤ ਬਣਦੀ ਹੈ। 200 ਮੈਂਬਰੀ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੇ 71 ਵਿਧਾਇਕ ਨੇ। ਜੇ ਇਹਨਾਂ 71 ਵਿਧਾਇਕਾਂ ਨੇ ਫੋਨ ਵਾਪਸ ਕਰ ਦਿੱਤੇ ਤਾਂ ਇਹ ਕੀਮਤ ਹੈ ਜਿਹੜੀ ਫੋਨਾਂ ਦੀ ਸਰਕਾਰੀ ਖਜ਼ਾਨੇ ਦੇ ਉੱਤੇ 1 ਕਰੋੜ ਤੋਂ ਘੱਟ ਰਹਿ ਜਾਵੇਗੀ। ਅਗਲੀ ਖਬਰ ਮਹਾਰਾਸ਼ਟਰ ਤੋਂ ਹੈ ਜਿੱਥੇ ਮੰਤਰੀ ਜਿਹੜੇ ਨਵਾਬ ਮਲਿਕ, ਜਿਨ੍ਹਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ, ਉਹਨਾਂ ਨੇ ਸਾਰੀ ਰਾਤ ਈਡੀ ਦੀ ਹਿਰਾਸਤ ਦੇ ਵਿੱਚ ਗੁਜ਼ਾਰੀ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਮਹਾਰਾਸ਼ਟਰ ਦੀ ਸੱਤਾਧਾਰੀ ਮਹਾ ਵਿਕਾਸ ਅਗਾੜੀ MVA ਦੇ ਮੰਤਰੀਆਂ ਨੇ, MVA ਸਰਕਾਰ ਨੇ ਨਵਾਬ ਮਲਿਕ ਦੀ ਗ੍ਰਿਫਤਾਰੀ ਦੇ ਖਿਲਾਫ ਧਰਨਾ ਦਿੱਤਾ। ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਨਵਾਬ ਮਲਿਕ ਸਾਰੀ ਰਾਤ ਈਡੀ ਦੀ ਹਿਰਾਸਤ ਵਿੱਚ ਰਹੇ। ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਗੋਆ ਤੋਂ ਖਬਰ ਹੈ ਜਿੱਥੇ ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਗੋਆ ਵਿਧਾਨ ਸਭਾ ਦੇ 12 ਮੈਂਬਰਾਂ ਦੇ ਵੱਲੋਂ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦੀ ਮੈਂਬਰੀ ਰੱਦ ਕਰਨ ਵਾਲੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ। ਸੂਬਾ ਕਾਂਗਰਸ ਪ੍ਰਧਾਨ ਗਿਰੀਸ਼ ਚੋਡਨੇਕਰ ਨੇ ਜੁਲਾਈ 2019 ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਪਾਰਟੀ ਦੇ 10 ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਦੇ ਲਈ ਅਯੋਗ ਠਹਿਰਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਵਿਧਾਇਕ ਸੁਦੀਨ ਧਾਵਲੇਕਰ ਨੇ ਵੀ ਖੇਤਰੀ ਪਾਰਟੀ ਤੋਂ ਵੱਖ ਹੋ ਕੇ
ਕੇ ਬੀਜੇਪੀ 'ਚ ਸ਼ਾਮਿਲ ਹੋਣ ਵਾਲੇ ਆਪਣੇ 2 ਵਿਧਾਇਕਾਂ ਵਿਰੁੱਧ ਅਜਿਹੀ ਹੀ ਪਟੀਸ਼ਨ ਦਾਇਰ ਕੀਤੀ ਸੀ। ਬੁਲੇਟਿਨ ਦੇ ਵਿੱਚ ਜਾਂਦੇ ਜੰਗ ਵਾਲੇ ਮੁਲਕਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਾਟੋ ਦੇ ਜਨਰਲ ਸਕੱਤਰ ਨੇ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਸੱਦ ਲਿਆ ਹੈ। ਨਾਟੋ ਦੇ ਜਨਰਲ ਸਕੱਤਰ ਜੈਨਸ ਸਟੋਲਟਨਬਰਗ ਨੇ ਕਿਹਾ ਕਿ ਰੂਸ ਨੇ ਯੂਕਰੇਨ ਤੇ ਹਮਲਾ ਕਰਕੇ ਯੂਰਪੀ ਖੇਤਰ ਦੇ ਵਿੱਚ ਸ਼ਾਂਤੀ ਭੰਗ ਕੀਤੀ ਹੈ। ਉਹਨਾਂ ਨੇ ਨਾਟੋ ਗੱਠਜੋੜ ਲੀਡਰਾਂ ਦਾ ਸਿਖਰ ਸੰਮੇਲਨ ਹੁਣ ਸੱਦ ਲਿਆ ਹੈ 26 ਫਰਵਰੀ ਨੂੰ। ਉਹਨਾਂ ਕਿਹਾ ਕਿ ਰੂਸ ਦੇ ਵੱਲੋਂ ਯੂਕਰੇਨ ਦੇ ਵਿੱਚ ਦਾਖਲ ਹੋਣ ਦੀ ਯੋਜਨਾ ਕਾਫੀ ਪੁਰਾਣੀ ਸੀ, ਪਹਿਲਾਂ ਤੋਂ ਪਲਾਨ ਕੀਤਾ ਹੋਇਆ ਸੀ ਤੇ ਰੂਸ ਫੌਜੀ ਤਾਕਤ ਦੀ ਵਰਤੋਂ ਕਰਕੇ ਇਤਿਹਾਸ ਨੂੰ ਮੁੜ ਦੁਹਰਾਉਣਾ ਚਾਹੁੰਦਾ ਹੈ। ਨਾਟੋ ਮੈਂਬਰ ਲਿਥੁਆਨੀਆ ਨੇ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਵੀਰਵਾਰ ਦੁਪਹਿਰ ਤੋਂ ਲਾਗੂ ਹੋ ਗਈ ਹੈ। ਐਮਰਜੈਂਸੀ ਯੂਕਰੇਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲਾਗੂ ਕੀਤੀ ਗਈ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।